ਅੱਜ ਦਾ ਜਿਹੜਾ ਤੁਹਾਡਾ ਮੇਨ ਏਜੰਡਾ ਕੀ ਹੈ ਜੀ? ਪਹਿਲਾਂ ਤਾਂ ਜਿਵੇਂ ਮੈਡਮ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ ਕੀਤਾ, ਮੈਂ ਵੀ ਤੁਹਾਡਾ ਸਾਰਿਆਂ ਦਾ ਹੀ ਪ੍ਰੈਸ ਵਾਲੇ ਵੀਰਾਂ ਦਾ ਆਪਣੇ ਵੱਲੋਂ ਤੇ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ ਧੰਨਵਾਦ ਕਰਦਾ ਤੁਹਾਡਾ ਤੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਰੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ। ਅੱਜ ਦਾ ਜਿਹੜਾ ਤੁਹਾਡੇ ਨਾਲ ਪ੍ਰੈਸ ਵਾਰਤਾ ਕਰਨ ਦਾ ਸਾਡਾ ਜਿਹੜਾ ਮਤਲਬ ਹੈ ਕਿ ਅਸੀਂ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਐਡੀ ਵੱਡੀ ਪਾਰਟੀ ਹੈ ਜਿਨ੍ਹਾਂ ਨੇ ਸਾਡੇ 'ਤੇ ਇੰਨੀ ਰਹਿਮਤ ਕੀਤੀ ਹੈ ਕਿ ਸਾਨੂੰ ਇਸ ਟਿਕਟ ਦੇ ਕੇ ਬਲਾਚੌਰ ਹਲਕੇ ਤੋਂ ਤੁਹਾਡੀ ਸੇਵਾ ਕਰਨ ਲਈ ਬਤੌਰ ਉਮੀਦਵਾਰ ਮੈਨੂੰ ਇੱਥੋਂ ਖੜਾ ਕੀਤਾ। ਸੋ ਸਾਡਾ ਏਜੰਡਾ ਇਹੀ ਹੈ ਕਿ ਅਸੀਂ ਤੁਹਾਡੇ ਨਾਲ ਆਪਣੇ ਮਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਦੱਸੀਏ ਜੋ ਸਾਡੇ ਮਨ 'ਚ, ਜਾਂ ਤੁਸੀਂ ਜੋ ਕੋਈ ਸਾਡੇ ਤੋਂ ਕੁਝ ਪੁੱਛਣਾ ਚਾਹੋ ਤਾਂ ਅਸੀਂ ਉਹ ਸਵਾਲ ਤੁਹਾਡੇ ਨਾਲ ਸਾਂਝੇ ਕਰ ਸਕਦੇ ਹਾਂ। ਸਾਡੇ ਮਨ 'ਚ ਇਹ ਹੈ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ, ਕਿਉਂਕਿ ਇਹ ਸਾਡਾ ਪਿਛੜਾ ਹੋਇਆ ਇਲਾਕਾ ਹੈ, ਅਸੀਂ ਚਾਹੁੰਦੇ ਹਾਂ ਕਿ ਸਾਡੇ ਇਸ ਇਲਾਕੇ ਦੀ ਤਰੱਕੀ ਹੋਵੇ, ਸਾਡੇ ਇਲਾਕੇ ਦੇ ਵਿੱਚ ਜਿਹੜੇ ਨੌਜਵਾਨ ਨੇ ਜਿਹੜੇ ਬੇਰੁਜ਼ਗਾਰ ਫਿਰਦੇ ਨੇ ਉਹਨਾਂ ਦਾ ਕੁਝ ਫਾਇਦਾ ਹੋਵੇ, ਜਿਹੜੀਆਂ ਸਾਡੀਆਂ ਫੈਕਟਰੀਆਂ ਇੱਥੇ ਬੰਦ ਹੋ ਗਈਆਂ ਨੇ ਉਹ ਦੁਬਾਰਾ ਖੁੱਲ੍ਹਣ, ਸਾਡੇ ਇੱਥੇ ਜਿਹੜੀ ਪਾਣੀ ਦੀ ਸਮੱਸਿਆ ਹੈ ਉਹ ਖਤਮ ਹੋਵੇ, ਸਾਡੇ ਜਿਹੜਾ ਇੱਥੇ ਕਰਪਸ਼ਨ ਨੇ ਬੁਰਾ ਹਾਲ ਕੀਤਾ ਹੋਇਆ ਸਾਡੀ ਸਟੇਟ ਦਾ, ਪੰਜਾਬ ਦਾ, ਉਹਦਾ ਕੁਝ ਹੱਲ ਹੋਵੇ। ਪੰਜਾਬ ਦੇ ਸਿਰ 'ਤੇ ਜੋ ਐਡਾ ਵੱਡਾ ਕਰਜ਼ਾ ਚੜ੍ਹਿਆ ਹੋਇਆ 3 ਲੱਖ ਕਰੋੜ ਦਾ, ਉਹਦਾ ਹੱਲ ਹੋਰ ਕੋਈ ਨਹੀਂ ਕਰ ਸਕਦਾ, ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ। ਸੋ ਸਾਡੇ ਮਨ 'ਚ ਇਹੋ ਹੀ ਹੈ ਕਿ ਸਾਡੀ ਸਟੇਟ ਦਾ ਭਲਾ ਹੋਵੇ, ਸਾਡੇ ਨੌਜਵਾਨਾਂ ਦਾ ਭਲਾ ਹੋਵੇ, ਸਾਡੇ ਸਾਰੇ ਹਰ ਵਰਗ ਦਾ ਭਲਾ ਹੋਵੇ, ਸਾਡਾ ਇਹੀ ਮਕਸਦ ਹੈ। ਜਿੱਦਾਂ ਕਿ ਸਰ ਜੀ ਪੰਜਾਬ ਸਰਕਾਰ ਵੱਲੋਂ ਕਈ ਸਕੀਮਾਂ ਦਿੱਤੀਆਂ ਗਈਆਂ ਤੇ ਉਹ ਸਕੀਮਾਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਉਹ ਸੈਂਟਰ ਗਵਰਨਮੈਂਟ ਦੀ ਸਕੀਮਾਂ ਹੈ, ਬਟ ਪੰਜਾਬ ਸਰਕਾਰ ਦੇ ਤੌਰ ਤੇ ਸਰਪੰਚਾਂ ਨੂੰ ਦਿੱਤੀਆਂ ਗਈਆਂ। ਕਈ ਸਰਪੰਚ ਇਸ ਸੰਬੰਧੀ ਅਵੇਅਰ ਹੈਗੇ ਆ ਵੀ ਉਹ ਸੈਂਟਰ ਗਵਰਨਮੈਂਟ ਦੀ ਸਕੀਮਾਂ, ਇਸ ਸੰਬੰਧੀ ਕਿੱਦਾਂ ਉਹਨੂੰ ਅਵੇਅਰ ਕੀਤਾ ਜਾ ਸਕਦਾ? ਦੇਖੋ, ਬਹੁਤ ਸਾਰੀਆਂ ਸਕੀਮਾਂ ਨੇ, ਜਿਵੇਂ ਨਰੇਗਾ ਦੇ ਅੰਡਰ ਬਹੁਤ ਸਕੀਮਾਂ ਨੇ, 200-250 ਦੇ ਕਰੀਬ ਸਕੀਮਾਂ ਨੇ, ਜਿਹੜਾ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇਹਨਾਂ ਦੇ ਵਿੱਚ ਕਿੰਨੀਆਂ ਸਕੀਮਾਂ ਨੇ। ਇਹ ਸਾਰੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਨੇ, ਸੈਂਟਰ ਗਵਰਨਮੈਂਟ ਹੀ ਸਾਰਾ ਫਾਈਨੈਂਸ ਕਰਦੀ ਹੈ ਇਹਦੇ ਵਿੱਚ 80% ਤੋਂ ਜ਼ਿਆਦਾ, ਪਰ ਸਟੇਟ ਗਵਰਨਮੈਂਟ ਹੈ ਜਿਹੜੀ ਉਹ ਪਤਾ ਨਹੀਂ ਲੱਗਣ ਦਿੰਦੀ ਕਿ ਇਹ ਸੈਂਟਰ ਗਵਰਨਮੈਂਟ ਦਾ ਪੈਸਾ। ਅਸੀਂ ਕੋਸ਼ਿਸ਼ ਕਰਦੇ ਹਾਂ, ਹਰ ਬੰਦੇ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਸੈਂਟਰ ਗਵਰਨਮੈਂਟ ਹੀ ਹੈ ਜਿਹੜੇ ਤੁਹਾਨੂੰ ਇਹ ਫੰਡ ਦੇ ਰਹੀ ਹੈ। ਪੰਜਾਬ ਗਵਰਨਮੈਂਟ ਦੇ ਕੋਲ ਤਾਂ ਬਹੁਤ ਜ਼ਿਆਦਾ ਕਰਜ਼ਾਈ ਸਰਕਾਰ ਹੈ, ਇਹਨਾਂ ਕੋਲ ਤਾਂ ਤਨਖਾਹ ਦੇਣ ਲਈ ਪੈਸੇ ਨਹੀਂ ਹੈਗੇ, ਇੰਨਾ ਬੁਰਾ ਹਾਲ ਹੈ। ਸੋ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਦੱਸਣ ਦੀ, ਜਿਵੇਂ ਆਯੁਸ਼ਮਾਨ ਜਿਹੜੀ ਹੈਗੀ ਹੈ 5 ਲੱਖ ਰੁਪਇਆ ਹਰ ਬੰਦੇ ਨੂੰ ਇਲਾਜ ਕਰਾਉਣ ਦੇ ਲਈ ਸੈਂਟਰ ਗਵਰਨਮੈਂਟ ਦਿੰਦੀ ਹੈ, ਪਰ ਸਾਡੀ ਜਿਹੜੀ ਪੰਜਾਬ ਸਰਕਾਰ ਦੀ ਦੁਰਭਾਗ ਰਿਹਾ ਕਿ ਇਹਨਾਂ ਨੇ ਬਹੁਤ ਦੇਰ ਤੱਕ ਤਾਂ ਇਹਨੂੰ ਲਾਗੂ ਨਹੀਂ ਕੀਤਾ। ਹੁਣ ਲਾਗੂ ਕੀਤਾ, ਇਹਦੇ ਵਿੱਚ ਦੇਖ ਲਓ ਵੀ ਜਿਹਨਾਂ ਗਰੀਬ ਬੰਦੇ ਦਾ ਜਿਹਨੂੰ ਜਿਸ ਘਰ ਦੇ ਵਿੱਚ ਵਿਚਾਰੇ ਦੇ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ, 5 ਲੱਖ ਰੁਪਇਆ ਫ੍ਰੀ ਇਲਾਜ ਕਰਾਉਣ ਲਈ ਸੈਂਟਰ ਗਵਰਨਮੈਂਟ ਦਾ ਮਿਲ ਜਾਂਦਾ, ਉਹਨੂੰ ਹੋਰ ਕੀ ਚਾਹੀਦਾ। ਇਹੋ ਜਿਹੀਆਂ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਕਿ ਸਾਡੇ ਲੋਕਾਂ ਨੂੰ ਪਤਾ ਹੀ ਹੈ ਨਹੀਂ। ਹਿਮਾਚਲ ਦੇ ਵਿੱਚ ਤੁਸੀਂ ਦੇਖੋ, ਟਰੈਕਟਰ ਜਿਹੜਾ 50% ਸਬਸਿਡੀ ਤੇ ਮਿਲਦੇ ਪਏ ਨੇ ਹਿਮਾਚਲ ਦੇ ਵਿੱਚ, ਤੇ ਸਾਡੇ ਇੱਥੇ ਉਹ ਲਾਗੂ ਨਹੀਂ ਕਰਦੇ ਉਹਨਾਂ ਸਕੀਮਾਂ ਨੂੰ ਜਿਹੜੀਆਂ ਸੈਂਟਰ ਗਵਰਨਮੈਂਟ ਦੇ। 6 ਲੱਖ ਦਾ ਜਿਹੜਾ ਟਰੈਕਟਰ ਹੈ ਉਹ 3 ਲੱਖ ਦੇ ਵਿੱਚ ਮਿਲ ਜਾਂਦਾ ਆਪਾਂ ਨੂੰ। ਉਹ ਸਕੀਮਾਂ ਸਾਡੇ ਇੱਥੇ ਪਤਾ ਹੀ ਨਹੀਂ ਲੱਗਣ ਦਿੰਦੇ ਸਾਡੇ ਵੀ ਸੈਂਟਰ ਗਵਰਨਮੈਂਟ ਇਹੋ ਜਿਹੀਆਂ ਸਕੀਮਾਂ ਦਿੱਤੀਆਂ ਹੋਈਆਂ ਨੇ, ਸਿਰਫ ਦਿਖਾਉਣ ਲਈ ਕਿ ਅਸੀਂ ਜੇ ਨਹੀਂ ਕੁਝ ਕਰ ਪਾ ਰਹੇ, ਸਰਕਾਰ ਕੁਝ ਨਹੀਂ ਕਰ ਪਾ ਰਹੀ। ਜਿਹੜੀ ਸਰਕਾਰ ਸੈਂਟਰ ਗਵਰਨਮੈਂਟ ਦਿੰਦੀ ਹੈ ਬੈਨੀਫਿਟ, ਉਹ ਵੀ ਨਹੀਂ ਲੋਕਾਂ ਨੂੰ ਦੱਸਦੇ ਨੇ। ਇਹ ਸਭ ਤੋਂ ਮਾੜੀ ਗੱਲ ਹੈ। ਇਹੀ ਕਾਰਨ ਹੈ ਅਸੀਂ ਚਾਹੁੰਦੇ ਕਿ ਡਬਲ ਇੰਜਨ ਸਰਕਾਰ ਬਣੇ, ਥੱਲੇ ਵੀ ਭਾਜਪਾ ਦੀ ਸਰਕਾਰ ਹੋਵੇ, ਉੱਪਰ ਵੀ ਭਾਜਪਾ ਦੀ ਸਰਕਾਰ ਹੋਵੇ, ਤਾਂ ਕਿ ਸਟੇਟ ਜਿਹੜੀ ਸਾਡੀ ਦੀ ਤਰੱਕੀ ਹੋ ਸਕੇ। ਜਿਹੜਾ ਪੰਜਾਬ ਜਿਹੜਾ ਸੀਗਾ 1 ਨੰਬਰ ਸਟੇਟ ਹੁੰਦੀ ਸੀ, ਹਿੰਦੁਸਤਾਨ ਦੀ 1 ਨੰਬਰ ਸਟੇਟ ਹੁੰਦੀ ਸੀ ਕਿਸੇ ਸਮੇਂ, ਹੁਣ ਸਿਰਫ ਤੇ ਸਿਰਫ ਇੱਕ ਸਟੇਟ ਜਿਹੜੀ ਸਭ ਤੋਂ ਪਿੱਛੇ ਆ, ਅਸੀਂ ਸਾਰਿਆਂ ਤੋਂ ਥੱਲੇ ਆ। ਸਾਡਾ ਇੰਨਾ ਬੁਰਾ ਹਾਲ ਹੋ ਗਿਆ। ਹਰਿਆਣਾ ਜਿਹੜਾ ਸਾਡਾ ਛੋਟਾ ਭਾਈ ਹੁੰਦਾ ਸੀ ਹੁਣ ਵੱਡਾ ਭਾਈ ਹੋ ਗਿਆ। ਹਿਮਾਚਲ ਜਿਹੜਾ ਸਭ ਤੋਂ ਕਿਤੇ ਪਿੱਛੇ ਹੁੰਦਾ ਸੀ ਉਹ ਸਾਡੇ ਤੋਂ ਅੱਗੇ ਲੰਘ ਗਏ ਸਾਰੇ। ਸੋ ਦੇਖ ਲਓ ਸਾਡਾ ਕਿੰਨਾ ਬੁਰਾ ਹਾਲ ਹੋ ਗਿਆ। ਸਾਡਾ ਨਸ਼ਿਆਂ ਦਾ ਬੁਰਾ ਹਾਲ ਹੈ। ਸਾਡੇ ਜਿਹੜੇ ਯੂਥ ਜਿਹੜਾ ਸਾਡਾ ਨੌਜਵਾਨੀ ਸਾਡੀ ਖਤਮ ਹੋ ਗਈ, ਨੌਕਰੀਆਂ ਨਹੀਂ ਮਿਲਦੀਆਂ ਪਈਆਂ ਜਵਾਨਾਂ ਨੂੰ, ਜਿਹੜੇ ਹੈਗੇ ਨੇ ਉਹ ਵਿਚਾਰੇ ਨਸ਼ਿਆਂ ਦੇ ਵਿੱਚ ਬੇਕਾਰ ਹੋ ਗਏ। ਅਫੀਮ, ਚਿੱਟਾ, ਪਤਾ ਨਹੀਂ ਕਿਆ ਕੁਝ ਹੈਗਾ, ਔਰ ਜਿਨ੍ਹਾਂ ਘਰਾਂ ਦੇ ਵਿੱਚ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਇੰਨਾ ਜ਼ਿਆਦਾ ਪੰਜਾਬ ਦਾ ਨੁਕਸਾਨ ਹੋ ਗਿਆ। ਕਿਤੇ ਬਾਰਡਰ ਇਹਦੇ ਵਿੱਚ ਤੁਸੀਂ ਜਾ ਕੇ ਦੇਖੋ, ਉੱਥੇ ਕਈ ਘਰਾਂ ਦੇ ਇਹੋ ਜਿਹੇ ਕਈ ਮੁਹੱਲੇ ਨੇ ਜਿੱਥੇ ਚਿੱਟੀਆਂ ਚੁੰਨੀਆਂ ਹੀ ਨਜ਼ਰ ਆਉਂਦੀਆਂ, ਨਾ ਸਿਰ 'ਤੇ ਸਾਈ ਹੈ, ਨਾ ਘਰ ਜਵਾਨ ਮੁੰਡਾ ਹੈ। ਸੋ ਇੰਨਾ ਬੁਰਾ ਹਾਲ ਹੈ ਸਾਡੀ ਸਟੇਟ ਦਾ। ਇਹ ਸਰਕਾਰਾਂ ਜ਼ਿੰਮੇਵਾਰ ਨੇ। WhatsApp ਜਿਹੜੇ ਇਹਨੇ ਖੇਤੀ ਕਾਨੂੰਨ ਸਹੀ ਸੀਗੇ ਜਾਂ ਜਿਹੜੇ ਕਿਸਾਨਾਂ ਨੇ ਧਰਨੇ ਲਾਏ ਸੀ ਉਹ ਸਹੀ ਸੀ? ਦੇਖੋ, ਖੇਤੀ ਕਾਨੂੰਨ ਬਾਰੇ ਗੱਲ ਇਹ ਹੈ ਕਿ ਮੋਦੀ ਜੀ ਨੇ ਕੋਸ਼ਿਸ਼ ਕੀਤੀ ਸੀ ਕਿ ਕਿਸਾਨਾਂ ਦੀ ਜਿਹੜੀ ਇਨਕਮ ਹੈ ਉਹਨੂੰ ਡਬਲ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ, ਜੋ ਮਨ 'ਚ ਉਹਨਾਂ ਦੀ ਇੱਛਾ ਸੀਗੀ।
ਪਰ ਹੁਣ ਜਿਵੇਂ ਮੋਦੀ ਜੀ ਨੇ ਕਿਹਾ ਹੀ ਹੈ ਕਿ ਮੈਂ ਸ਼ਾਇਦ ਅਸੀਂ ਸਮਝਾ ਨਹੀਂ ਪਾਏ ਤੁਹਾਨੂੰ ਸਹੀ ਢੰਗ ਨਾਲ। ਤੇ ਜਦੋਂ ਦੇਖੋ ਕਿਸਾਨਾਂ ਦੇ ਠੀਕ ਹੈ ਐਜੀਟੇਸ਼ਨ ਚੱਲੀ ਕਾਫੀ ਲੰਘੀ, ਅਸੀਂ ਵੀ ਕਿਸਾਨ ਹੈ, ਛੋਟੇ ਮੋਟੇ ਕਿਸਾਨ ਅਸੀਂ ਵੀ ਹੈਗੇ, ਸਾਨੂੰ ਵੀ ਇਸ ਗੱਲ ਦਾ ਬੜਾ ਦੁੱਖ ਸੀਗਾ। ਪਰ ਮੋਦੀ ਜੀ ਨੇ ਦੇਖੋ ਪ੍ਰਧਾਨ ਮੰਤਰੀ ਸਾਹਿਬ ਨੇ ਕੋਈ ਉਹਦੇ 'ਚ ਕੋਈ ਵੱਡਾ ਉਹ ਨਹੀਂ ਰੱਖਿਆ, ਆਪਣੇ ਵੱਲੋਂ ਬੜੇ ਹੌਸਲੇ ਦੇ ਨਾਲ ਮਾਫੀ ਮੰਗੀ ਗੁਰਪੁਰਬ ਵਾਲੇ ਦਿਨ, ਤੇ ਉਹਨਾਂ ਕਾਨੂੰਨ ਨੂੰ ਵਾਪਸ ਲੈ ਲਿਆ। ਭਈ ਜੇ ਤੁਹਾਨੂੰ ਭਾਈ ਨਹੀਂ ਪਸੰਦ ਹੈਗੇ ਜਾਂ ਅਸੀਂ ਤੁਹਾਨੂੰ ਨਹੀਂ ਸਮਝਾ ਸਕੇ ਤਾਂ ਅਸੀਂ ਆਪਣੇ ਕਾਨੂੰਨ ਵਾਪਸ ਲੈ ਲੈਂਦੇ ਹਾਂ। ਤੁਸੀਂ ਵੀ ਧਰਨੇ ਵਿੱਚ ਗਏ ਸੀਗੇ ਥੋੜੇ ਬਈ ਤੁਹਾਨੂੰ ਦੇਖਿਆ ਆਲੇ ਦੁਆਲੇ ਮਜਾਰੀ ਵੀ ਦੇਖਿਆ, ਉਧਰ ਵੀ ਗਏ ਆ। ਹਾਂਜੀ। ਤੁਸੀਂ ਵੀ ਉਸ ਟਾਈਮ ਇਹਦੇ ਖਿਲਾਫ ਥੋੜੇ ਖਿਲਾਫ ਬੋਲੇ ਆ, ਤੇ ਅੱਜ ਤੁਸੀਂ ਭਾਜਪਾ 'ਚ ਬੈਠ ਕੇ ਭਾਜਪਾ ਜੁਆਇਨ ਕਰ ਲਈ ਹੈ। ਮੈਂ ਬਿਲਕੁਲ ਮੈਂ ਮਨਾ ਤਾਂ ਨਹੀਂ ਕੀਤਾ, ਮੈਂ ਤਾਂ ਕਿਹਾ ਮੈਂ ਵੀ ਕਿਸਾਨ ਆ, ਮੈਂ ਵੀ ਅਸੀਂ ਵੀ ਉਸ ਲੜਾਈ ਦੇ ਵਿੱਚ ਸੀਗੇ। ਸਾਨੂੰ ਵੀ ਲੱਗਦਾ ਸੀ ਵੀ ਸ਼ਾਇਦ ਕਿਸਾਨ ਨਹੀਂ ਸਮਝ ਰਿਹਾ, ਤਾਂ ਅਸੀਂ ਵੀ ਉਹ ਕਿਸਾਨਾਂ 'ਚੋਂ ਹੀ ਹਾਂ, ਅਸੀਂ ਵੀ ਸਮਝਦੇ ਸੀ ਵੀ ਨਹੀਂ। ਤਾਂ ਮੋਦੀ ਸਾਹਿਬ ਨੇ ਦੇਖੋ ਨਾ ਕਿੰਨਾ ਵੱਡਾ ਕੰਮ ਕੀਤਾ, ਉਹਨਾਂ ਨੇ ਵਾਪਸ ਲੈ ਲਿਆ ਉਹ ਕਾਨੂੰਨ, ਫਿਰ ਸਾਡਾ ਗੁੱਸਾ ਦੂਰ ਹੋ ਗਿਆ, ਉਹਦੇ ਨਾਲ ਖਤਮ ਹੋ ਗਈ ਕਹਾਣੀ। ਬੇਰੋਜ਼ਗਾਰੀ ਲਈ ਜਿਹੜਾ ਹੈਗਾ ਮੈਨੀਫੈਸਟੋ ਵਿੱਚ ਕੀ ਰੱਖਿਆ? ਬੇਰੁਜ਼ਗਾਰੀ ਦੇਖੋ ਸਭ ਤੋਂ ਵੱਡੀ, ਜੇ ਬੇਰੁਜ਼ਗਾਰੀ ਦਾ ਹੱਲ ਹੋ ਸਕਦਾ ਤਾਂ ਵੱਡੇ ਵੱਡੇ ਫੈਕਟਰੀਆਂ ਆਉਣ, ਵੱਡੇ ਵੱਡੇ ਇੱਥੇ ਲੱਗਣ, ਪਲਾਂਟ ਲੱਗਣ ਵੱਡੇ ਵੱਡੇ। ਕੋਈ ਸਾਨੂੰ ਜਿਵੇਂ ਹਿਮਾਚਲ ਨੂੰ ਜਿਵੇਂ ਟੈਕਸ ਫ੍ਰੀ ਸਟੇਟ ਕੀਤੀ ਹੋਈ ਹੈ, ਉੱਥੇ ਜਿੰਨੀਆਂ ਵੀ ਤੁਸੀਂ ਫੈਕਟਰੀਆਂ ਲਾਉਂਦੇ ਉਹਦੇ ਤੁਹਾਨੂੰ ਟੈਕਸ ਫ੍ਰੀ ਹੋ ਜਾਂਦਾ ਸਾਰਾ। ਤੇ ਉਸ ਕਰਕੇ ਪੰਜਾਬ ਦੀ ਜਿੰਨੀ ਫੈਕਟਰੀ ਸੀ ਸਾਰੀ ਇੱਥੋਂ ਉੱਠ ਕੇ ਹਿਮਾਚਲ ਚਲੀ ਗਈ। ਹੁਣ ਜੇ ਫੈਕਟਰੀ ਚਲੀ ਜਾਊਗੀ ਤਾਂ ਅਨਇੰਪਲੋਇਮੈਂਟ ਤਾਂ ਨੈਚੁਰਲੀ ਹੋਣੀ ਹੈ। ਅਸੀਂ ਚਾਹੁੰਦੇ ਵੀ ਸਟੇਟ ਜਿਹੜੀ ਪੰਜਾਬ ਸਟੇਟ ਹੈ ਇਹ ਬਾਰਡਰ ਸਟੇਟ ਹੈ, ਇੱਥੇ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਨੇ ਸਾਨੂੰ ਆਮ ਬਾਕੀ ਸਟੇਟਾਂ ਦੇ ਨਾਲੋਂ। ਬਾਰਡਰ ਸਟੇਟ ਹੋਣ ਕਰਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਨੇ ਜਿਹੜੀਆਂ ਸਾਨੂੰ ਪਾਕਿਸਤਾਨ ਦੇ ਨਾਲ, ਇੱਧਰ ਚਾਈਨਾ ਦੇ ਨਾਲ, ਇੱਧਰ ਜਿਹੜਾ ਅਫਗਾਨਿਸਤਾਨ ਦੇ ਨਾਲ ਸਾਡਾ ਜਿੰਨਾ ਵੀ ਏਰੀਆ ਲੱਗਦਾ ਸਾਨੂੰ ਬੜੀ ਪ੍ਰੋਬਲਮ ਆਉਂਦੀ ਉੱਥੇ। ਹਰ ਕਿੰਨੀਆਂ ਲੜਾਈਆਂ ਹੁੰਦੀਆਂ ਨੇ, ਕਿੰਨਾ ਕੁ ਸਾਡਾ ਨੁਕਸਾਨ ਹੁੰਦਾ। ਸਾਨੂੰ ਕਿਉਂ ਨਾ ਸਾਨੂੰ ਇਹ ਸੈਂਟਰ ਗਵਰਨਮੈਂਟ ਸਾਨੂੰ ਵੀ ਇਹ ਦੇ ਦੇਵੇ, ਟੈਕਸ ਫ੍ਰੀ ਕਰ ਦੇਵੇ, ਤੇ ਜਿਹੜੀਆਂ ਫੈਕਟਰੀਆਂ ਸਾਡੀਆਂ ਗਈਆਂ ਨੇ ਉਹ ਵਾਪਸ ਆ ਜਾਣ, ਨਵੇਂ ਪ੍ਰੋਜੈਕਟ ਇੱਥੇ ਲੱਗਣ, ਫੇਰ ਹੀ ਅਨਇੰਪਲੋਇਮੈਂਟ ਦੂਰ ਹੋਊਗੀ। ਜਿਹੜੀਆਂ ਸਾਡੀਆਂ ਬੰਦ ਹੋਈਆਂ ਨੇ ਫੈਕਟਰੀਆਂ, ਸਾਡੀ ਸਭ ਤੋਂ ਵੱਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਦੁਬਾਰਾ ਖੋਲ੍ਹਿਆ ਜਾਵੇ। ਜਿਵੇਂ ਆਸਰੋਂ ਦੇ ਵਿੱਚ DCM ਬਹੁਤ ਵੱਡੀ ਫੈਕਟਰੀ ਸੀਗੀ, ਉੱਥੇ 2,500-3 ਹਜ਼ਾਰ ਬੰਦਾ ਨੌਕਰੀ ਕਰਦਾ ਸੀ, ਉਹ ਬਿਲਕੁਲ ਬੰਦ ਹੋ ਗਈ ਹੈ, ਉਹ ਖਤਮ ਹੋ ਗਏ ਸਾਰੇ। ਤੁਸੀਂ ਗੱਲ ਕੀਤੀ ਜੀ ਕਰਜ਼ੇ ਦੀ ਕਿ ਪੰਜਾਬ ਸਿਰ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਚੜ ਗਿਆ। ਜੀ। ਜੇਕਰ ਅਸੀਂ ਗੱਲ ਕਰੀਏ ਖੇਤੀ ਕਾਨੂੰਨਾਂ ਤੋਂ ਪਹਿਲਾਂ ਜਿਹੜੀ ਅਕਾਲੀ ਦਲ ਨਾਲ ਤੁਹਾਡਾ ਗਠਬੰਧਨ ਸੀ BJP ਦਾ, ਉਸ ਸਮੇਂ ਵੀ ਤਾਂ ਪੰਜਾਬ ਉੱਤੇ ਕਰਜ਼ਾ ਚੜ੍ਹ ਰਿਹਾ ਸੀ, ਸੈਂਟਰ ਨੇ ਉਸ ਸਮੇਂ ਕਿਉਂ ਨਹੀਂ ਸੋਚਿਆ? ਨਹੀਂ ਦੇਖੋ, ਜਿਹੜੀ BJP ਸੀਗੀ ਪਹਿਲਾਂ ਉਹ ਸਿਰਫ ਅਸੀਂ 23 ਸੀਟਾਂ ਲੜਦੇ ਹੁੰਦੇ ਸੀ, ਬਾਕੀ ਤਾਂ ਓਵਰਆਲ ਤਾਂ ਇਹਨਾਂ ਕੋਲੇ ਸੀਗਾ ਸਾਰਾ ਚਾਰਜ ਅਕਾਲੀਆਂ ਕੋਲ। ਛੋਟੀ ਸੀਗੀ, ਉਹਨਾਂ ਕੋਲ ਇੰਨੀ ਕੋਈ ਪਾਵਰ ਹੈ ਹੀ ਨਹੀਂ ਸੀਗਾ ਉਹਨਾਂ ਦਾ ਸਰਕਾਰ ਦੇ ਵਿੱਚ ਇੰਨਾ ਜ਼ਿਆਦਾ। ਸੀ BJP ਦਾ, ਉਹ ਦੇਤਾ ਸੀ ਸੈਂਟਰ ਸਰਕਾਰ ਕਰਤਾ। ਨਹੀਂ ਅਸੀਂ ਮੰਨ ਲਿਆ, ਮੈਂ ਮਨਾ ਤਾਂ ਨਹੀਂ ਕਰਦਾ ਉਸ ਗੱਲ ਦਾ, ਅਸੀਂ ਕਹਿੰਦੇ ਵੀ ਅਸੀਂ ਭਾਈਵਾਲ ਸੀਗੇ, ਪਰ ਸਾਡੀ ਉਹਦੇ ਚੋਂ ਨਹੀਂ ਸੀਗੀ ਫੁੱਲ ਫਲਾਈ ਸਰਕਾਰ, ਜਿਹੜੀ ਨਹੀਂ ਸੀ ਚੱਲਦੀ। ਜੋ ਅਕਾਲੀ ਕਰਦੇ ਸੀ ਉਹੀ ਹੁੰਦਾ ਸੀ। ਤੁਸੀਂ ਇੱਥੇ ਦੇਖ ਲਓ ਬਲਾਚੌਰ ਦੇ ਵੀ, ਇੱਥੇ ਵੀ ਤਾਂ ਅਕਾਲੀ ਲੜਦੇ ਸੀ, ਕਿਸੇ ਨੂੰ ਪਤਾ ਹੀ ਨਹੀਂ ਕਿ ਇੱਥੇ BJP ਵੀ ਹੈਗੀ ਹੈ, ਜਦੋਂ ਕਿ 80% ਦੇ ਕਰੀਬ ਲੋਕੀ ਹੈ ਜਿਹੜੇ BJP ਦੇ ਨਾਲ ਜਿਨ੍ਹਾਂ ਦਾ ਮਿਲਦਾ ਹੈ, ਜਿਹੜੇ BJP ਨੂੰ ਪਸੰਦ ਕਰਦੇ ਆ। ਪਰ ਕਿਉਂਕਿ 25 ਸਾਲ ਤੋਂ ਲਗਾਤਾਰ ਅਕਾਲੀ ਲੜਦੇ, ਇਸ ਕਰਕੇ ਲੋਕਾਂ ਨੂੰ ਵਹਿਮ ਹੀ ਹੋ ਗਿਆ ਵੀ ਇਹ ਤਾਂ ਸੀਟ ਹੀ ਹੈ ਨਹੀਂ BJP ਦੀ। ਸਰ ਸੁਣਨ ਵਿੱਚ ਆਇਆ ਸੀਗਾ ਤੁਹਾਡੀ ਸੁਖਬੀਰ ਬਾਦਲ ਨਾਲ ਬਹੁਤ ਨੇੜਤਾ ਸੀਗੀ, ਤੇ ਇੱਧਰ ਕਿੱਧਰ ਚਾਂਸ ਬਣ ਗਿਆ ਥੋੜਾ ਭਾਜਪਾ ਕੋਲ ਜਾਣ ਦਾ? ਨੇੜਤਾ ਤਾਂ ਸਾਰਿਆਂ ਨਾਲ ਹੀ ਰਹਿੰਦੀ। ਜੇ ਤੁਸੀਂ ਦੇਖੋ, ਮੈਂ ਸਰਵਿਸ ਕੀਤੀ ਹੈ, ਬਤੌਰ IPS ਅਫਸਰ ਮੈਂ ਨੌਕਰੀ ਕੀਤੀ ਹੈ, ਜ਼ਿਲ੍ਹਿਆਂ ਦੇ ਵਿੱਚ ਕਪਤਾਨ ਰਿਹਾ, ਤਾਂ ਤੁਹਾਨੂੰ ਸਰਕਾਰ ਦੇ ਨਾਲ ਜਿਹੜੇ ਵੀ ਬੰਦੇ ਤੁਹਾਨੂੰ ਜਿਨ੍ਹਾਂ ਦੇ ਨਾਲ ਤੁਸੀਂ ਰਹਿਣਾ ਪੈਂਦਾ ਉਹਨਾਂ ਨਾਲ ਆਪਣੇ ਆਪ ਨੇੜਤਾ ਹੋ ਜਾਂਦੀ ਹੈ। ਉਹਦੀ ਕੋਈ ਐਡੀ ਗੱਲ ਤਾਂ ਹੈ ਨਹੀਂ, ਕੋਈ ਦੁਨੀਆ ਤੋਂ ਕੋਈ ਅਲੱਗ ਕੰਮ ਨਹੀਂ ਹੈ। ਸਿੱਖਿਆ ਦੇ ਪੱਧਰ ਦੇ ਵਿੱਚ BJP ਕਿਆ ਉਪਰਾਲੇ ਕਰੇਗੀ? ਸਿੱਖਿਆ ਦੇ ਪੱਧਰ ਤੇ ਵੀ ਦੇਖੋ BJP ਦਾ ਜੋ ਚਾਹੁੰਦੀ ਹੈ ਏਜੰਡਾ ਕਿ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਉਹ ਬਿਲਕੁਲ ਵਧੀਆ ਹੋ ਜਾਣ, ਉਹਨਾਂ ਦੇ ਵਿੱਚ ਜਿਹੜਾ ਆਮ ਬੰਦਾ ਹੈ ਉਹਨੂੰ ਵਧੀਆ ਮਿਆਰੀ ਐਜੂਕੇਸ਼ਨ ਮਿਲੇ, ਅੱਛੇ ਸਕੂਲ ਬਣ ਜਾਣ, ਨਵੀਆਂ ਰਿਕਰੂਟਮੈਂਟਾਂ ਹੋਣ, ਜਿਹੜੇ ਟੀਚਰ ਵਿਹਲੇ ਟੀਚਰਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਉਹ ਨਵੀਆਂ ਭਰਤੀਆਂ ਹੋ ਜਾਣ, ਤੇ ਨੈਚੁਰਲੀ ਉਹ ਡਿਵੈਲਪਮੈਂਟ ਹੋ ਜਾਊਗੀ, ਉਹਦੇ ਸਾਰਾ ਕੁਝ ਠੀਕ ਹੋ ਜਾਊਗਾ। ਸਰ ਸਕੂਲ ਤਾਂ ਸਾਰੇ ਕਹਿੰਦੇ ਆ ਕਿ ਵਧੀਆ ਬਣ ਜਾਣਾ, ਤੇ ਸਿਰਫ ਉਹਨਾਂ ਨੂੰ ਉੱਪਰੋਂ ਪੋਲਿਸ਼ ਕੀਤਾ ਜਾ ਰਿਹਾ, ਨਾ ਕੋਈ ਟੀਚਰ ਭਰਤੀ ਕੀਤੇ ਜਾ ਰਹੇ। ਇਦਾਂ ਹੀ ਸਾਡੀ ਜਿਹੜੀ ਸਿਹਤ ਦਾ ਅਸੀਂ ਆਪਣੇ ਹਲਕੇ ਦੇ ਵਿੱਚ ਦੇਖ ਲੈਂਦੇ ਹਾਂ, ਹਸਪੀਟਲਾਂ ਦੇ ਵਿੱਚ ਕਿੰਨਾ ਬੁਰਾ ਹਾਲ ਹੈ। ਕਿਉਂ ਨਹੀਂ ਉਹਦੇ ਉੱਤੇ ਕੋਈ ਪਾਰਟੀ ਬੋਲ ਰਹੀ ਜਾਂ ਉੱਥੇ ਕੰਮ ਕਰ ਰਹੀ? ਅਸੀਂ ਵੀ ਤਾਂ ਉਹੀ ਰੋਣਾ ਰੋਂਦੇ ਆ, ਇਹੀ ਗੱਲ ਕਰਦੇ ਆ ਨਾ ਵੀ ਦੇਖੋ ਇਹਦੇ ਨਾਲ ਸਰਕਾਰਾਂ ਨੇ ਕਿੰਨਾ ਬੁਰਾ ਹਾਲ ਕਰਤਾ ਹੈ ਐਜੂਕੇਸ਼ਨ ਦਾ ਤੇ ਮੈਡੀਕਲ ਸਿਸਟਮ ਦਾ। ਚੰਡੀਗੜ੍ਹ UT ਹੈ, ਕੋਈ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ, ਉੱਥੇ ਇਹ ਸੈਂਟਰ ਦੇ ਅੰਡਰ ਹੈ। ਸਕੂਲ ਦੇਖ ਲਓ ਉਹਨਾਂ ਦੇ ਜਾ ਕੇ, ਉਹਨਾਂ ਦੇ ਹਸਪਤਾਲ ਦੇਖ ਲਓ ਜਾ ਕੇ। ਸਾਨੂੰ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ, ਸਭ ਕਿੱਥੇ ਲੈ ਕੇ ਜਾਂਦੇ ਆ? PGI 22 32 ਸਾਰੇ ਸਕੂਲ, ਸਾਰੇ ਮਤਲਬ ਸਾਰੇ ਹਸਪਤਾਲ ਨੇ ਜਿਹੜੇ ਸਰਕਾਰੀ ਹਸਪਤਾਲ ਨੇ। ਮੈਂ ਆਪਣੇ ਬੱਚੇ ਦੇ ਐਡਮਿਸ਼ਨ ਕਰਾਉਣ ਲਈ ਜਦੋਂ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਗਿਆ ਸੀ ਤਾਂ ਮੈਂ ਕਿਹਾ ਵੀ ਮੈਂ ਕਿਸੇ ਚੰਗੇ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣਾ, ਤਾਂ ਉਹ ਕਹਿੰਦੇ ਵੀ ਸਰਕਾਰੀ ਸਕੂਲ ਵਿੱਚ ਟਰਾਈ ਕਰੋ, ਤੁਹਾਨੂੰ ਪਤਾ ਲੱਗ ਜਾਊਗਾ ਸਰਕਾਰੀ ਸਕੂਲ ਦਾ ਸਟੈਂਡਰਡ ਕੀ ਹੈ। ਮਤਲਬ ਇੰਨਾ ਅੱਛਾ ਸਟੈਂਡਰਡ ਹੈ, ਔਰ ਉਹ ਸੈਂਟਰ ਗਵਰਨਮੈਂਟ ਦੇ ਨੇ, BJP ਦੇ ਅੰਡਰ ਹੀ ਚੱਲਦਾ ਉਹ ਸਾਰਾ ਕੁਝ।
ਸਰ ਜਿਹੜਾ ਪਿਛਲੀ ਵਾਰ ਗੱਲ ਮੋਦੀ ਜੀ ਨੇ ਆਉਣਾ ਸੀਗਾ ਹੁਸ਼ਿਆਰਪੁਰ ਵਿੱਚ ਪੀਜੀਆਈ ਖੋਲ੍ਹਣ ਦੇ ਬਾਰੇ ਜਾਣਕਾਰੀ ਮਿਲੀ ਸੀਗੀ ਜੀ। ਇਸ ਸੰਬੰਧੀ ਕੀ ਮਤਲਬ ਇਦਾਂ ਦੇ ਉਪਰਾਲੇ ਹੈਗੇ ਕਿ ਹੁਸ਼ਿਆਰਪੁਰ ਵਿੱਚ ਖੁੱਲ ਸਕਦਾ ਪੀਜੀਆਈ ਅਗਰ ਤੁਹਾਡੀ ਸਰਕਾਰ ਆਉਂਦੀ ਹੈ? ਬਿਲਕੁਲ, ਦੇਖੋ ਸਰਕਾਰ ਨੇ 47,000 ਕਰੋੜ ਦੇ ਪ੍ਰੋਜੈਕਟ ਸੀਗੇ ਜਦੋਂ ਮੋਦੀ ਸਾਹਿਬ ਨੇ ਆਣਾ ਸੀ, ਜਿਹਦੇ ਵਿੱਚ ਪੀਜੀਆਈ ਦਾ ਉਦਘਾਟਨ ਕਰਨਾ ਸੀ, ਇੱਕ ਵੱਡਾ ਹਾਈਵੇ ਸੀਗਾ ਜਿਹੜਾ ਜੰਮੂ ਕਟੜਾ ਤੱਕ ਜਾਂਦਾ ਉਹਦਾ ਹੋਣਾ ਸੀਗਾ, ਰੇਲਵੇ ਲਾਈਨ ਦਾ ਉਦਘਾਟਨ ਕਰਨਾ ਸੀ, 2 ਹੋਰ ਸੀਗੇ ਸੈਟਲਾਈਟ ਪੀਜੀਆਈ ਦੇ, ਉਹਦਾ ਪ੍ਰੋਜੈਕਟ ਪਾਸ ਹੀ ਸੀਗੇ। ਇਹਨਾਂ ਨੇ ਮੌਕਾ ਹੀ ਨਹੀਂ ਦਿੱਤਾ ਪ੍ਰਧਾਨ ਮੰਤਰੀ ਸਾਹਿਬ ਨੂੰ, ਆ ਕੇ ਉੱਥੋਂ ਵਾਪਸ ਚਲੇ ਗਏ, ਉਹ ਰਹਿ ਗਏ। ਔਰ ਦੇਖੋ ਹੁਣ ਕਿਉਂਕਿ ਇਲੈਕਸ਼ਨ ਲੱਗ ਗਿਆ, ਕਮਿਸ਼ਨ ਜਾਂ ਕੋਡ ਆਫ ਕੰਡਕਟ ਲੱਗ ਗਿਆ, ਹੁਣ ਇਹ ਡਿਕਲੇਅਰ ਨਹੀਂ ਹੋ ਸਕਦਾ, ਅਦਰਵਾਈਜ਼ ਇਹ ਤਾਂ ਦੇਣੇ ਉਹ ਤਾਂ ਹੋਣਗੇ, ਹੁਣ ਨਹੀਂ ਹੋ ਜਾਣਗੇ, ਫੇਰ ਹੋ ਜਾਣਗੇ। ਆਪਾਂ ਬਲਾਚੌਰ ਹਲਕੇ ਨੂੰ ਵਿਕਾਸ ਤੇ ਕਿੱਦਾਂ ਦੇਖਦੇ ਆ? ਕੀ ਸੜਕਾਂ ਗਲੀਆਂ ਨਾਲੀਆਂ ਹੀ ਵਿਕਾਸ ਆ ਸਾਡਾ? ਜੇਕਰ ਉਹ ਹੈ ਤਾਂ ਫਿਰ ਮੰਡੀ ਦੇ ਵਿੱਚ ਜਾ ਕੇ ਦੇਖੋ ਕੀ ਹਾਲ ਹੈ। ਮੈਨੂੰ ਤਾਂ ਕਹਿਣ ਦੀ ਲੋੜ ਨਹੀਂ, ਤੁਸੀਂ ਆਪੇ ਕਹੀ ਜਾਂਦੇ ਹੋ, ਜਾ ਕੇ ਦੇਖ ਲਓ, ਮੰਡੀ ਦੇ ਵਿੱਚ ਦੇਖ ਲਓ ਹਾਲ। ਅਸੀਂ ਉੱਥੇ ਦਫ਼ਤਰ ਬਣਨ ਲੱਗੇ ਸੀ, ਉੱਥੇ ਗਿੱਟੇ ਤੋਂ ਗੋਡੇ ਪਾਣੀ ਖੜਾ। ਅੱਗੇ ਕਿਤੇ ਇਹੀ ਨਾ ਹੋਵੇ ਕਿ ਜਿਹੜਾ ਵਿਕਾਸ ਸਾਨੂੰ ਦਿਖਾਇਆ ਜਾਂਦਾ ਆ, ਮਾਡਲ ਦਿਖਾਇਆ ਜਾਂਦਾ ਆ, ਸਾਨੂੰ ਚੰਡੀਗੜ੍ਹ ਦਾ ਸੈਕਟਰ ਦਿਖਾਇਆ ਜਾਂਦਾ ਆ, ਕਿਤੇ ਤੁਹਾਡੀ ਪਾਰਟੀ ਵੀ ਇਹੀ ਤਾਂ ਨਹੀਂ ਵਿਕਾਸ ਸਾਨੂੰ ਦਿਖਾਊਗੀ 5 ਸਾਲ ਅੱਗੇ? ਨਹੀਂ, ਤੁਸੀਂ ਦੇਖੋ, ਮੈਂ ਤੁਹਾਡੇ ਸਾਹਮਣੇ ਹੈ, ਹਿਮਾਚਲ ਤੁਹਾਡੇ ਸਾਹਮਣੇ ਹੈ, ਹਰਿਆਣਾ ਤੁਹਾਡੇ ਸਾਹਮਣੇ ਹੈ, ਹੋਰ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਦੇਖ ਲਓ। ਸੈਂਟਰ ਗਵਰਨਮੈਂਟ ਦੇ ਵਿੱਚ 7 ਸਾਲ ਤੋਂ ਲਗਾਤਾਰ ਸਰਕਾਰ ਚੱਲਦੀ ਪਈ ਹੈ। ਕੋਈ ਵੱਡਾ ਕਪੜਾ ਸੁਣਿਆ ਤੁਸੀਂ ਵੀ ਲੱਖਾਂ ਕਰੋੜਾਂ ਦਾ ਜਿੱਦਾਂ 2G 3G ਪਹਿਲਾਂ ਹੁੰਦੇ ਸੀ ਕਾਂਗਰਸ ਦੇ ਟਾਈਮ, ਕਦੇ ਸੁਣਿਆ ਕਿਸੇ ਨੇ ਇੱਕ ਵੀ ਹੋਇਆ ਹੋਵੇ? ਜਾਂ ਮੋਦੀ ਸਾਹਿਬ ਦੇ ਘਰ 'ਚ ਕਦੀ ਦੱਸ ਦਿਓ ਕੋਈ ਬੰਦਾ ਇਹੋ ਜਿਹਾ ਗਿਆ ਹੋਵੇ, ਉਹਨਾਂ ਦਾ ਚਾਚਾ, ਉਹਨਾਂ ਦਾ ਭਤੀਜਾ, ਉਹਨਾਂ ਦਾ ਕੋਈ ਹੋਰ ਕਦੀ ਕਿਸੇ ਨੂੰ ਕਿਸੇ ਕੰਮ ਦੇ ਵਿੱਚ ਇੰਟਰਫੇਅਰ ਕੀਤਾ ਹੋਵੇ? ਕੋਈ ਭਾਈ ਭਤੀਜਾਵਾਦ ਨਹੀਂ, ਜਿਹਦੇ ਵਿੱਚ ਕਾਬਲੀਅਤ ਹੈ ਉਹਨੂੰ ਅੱਗੇ ਲਿਆਂਦੇ, ਦੂਜੇ ਨੂੰ ਤਾਂ ਕੋਈ ਨਹੀਂ ਕਰਦਾ ਇੱਦਾਂ। ਸਰ ਇੱਕ ਸੁਣਨ ਵਿੱਚ ਆਇਆ ਕਿ ਜਦੋਂ ਪਿਛਲੀ ਮਨਮੋਹਨ ਸਿੰਘ ਸਰਕਾਰ ਸੀਗੀ, ਉਹਨਾਂ ਦੀ ਇੱਕ ਡੀਲ ਹੋਈ ਸੀ ਜਿਹੜੀ ਰੇਲ ਕੋਚ ਫੈਕਟਰੀ ਕਪੂਰਥਲੇ ਦੀ ਲੱਗੀ ਹੈ, ਉਹ ਹੁਸ਼ਿਆਰਪੁਰ ਲਈ ਸੀਗੀ। ਇਹਦਾ ਕੀ ਕਾਰਨ ਜਿਹੜੀ ਕਪੂਰਥਲੇ ਚਲ ਗਈ ਹੈ? ਇਹਦੇ ਬਾਰੇ ਕੁਝ ਹੈ, ਕੁਝ ਜਾਣਕਾਰੀ? ਦੇਖੋ, ਮੈਨੂੰ ਇਹਦੇ ਬਾਰੇ ਬਹੁਤੀ ਨੌਲੇਜ ਨਹੀਂ ਹੈਗੀ, ਹੈ ਤਾਂ ਪੰਜਾਬ ਵਿੱਚ ਹੀ ਹੈ ਜੀ ਕਪੂਰਥਲਾ। ਹੈ ਤਾਂ ਪੰਜਾਬ ਦਾ, ਲੇਕਿਨ ਅਗਰ ਜੇ ਸਾਡੇ ਕੰਢੀ ਚਾਹੀ ਤਾਂ ਸਾਡੇ ਕੰਢੀ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ। ਦੇਖੋ, ਮੈਂ ਤਾਂ ਆਪ ਚਾਹੂੰਗਾ ਵੀ ਸਾਰੀਆਂ ਇੱਥੇ ਸਾਡੇ ਆ ਜਾਣ, ਪਰ ਹੁਣ ਮੈਨੂੰ ਇਹਦੇ ਬਾਰੇ ਐਗਜ਼ੈਕਟ ਨੌਲੇਜ ਹੈ ਨਹੀਂ। ਤੁਹਾਡੇ ਮੈਮ ਹੈ ਕੋਈ ਨੌਲੇਜ? ਸਰ, ਬਲਾਚੌਰ 'ਚ ਜਿੰਨਾ ਵਿਕਾਸ ਹੋਇਆ ਉਹਦੇ 'ਚ ਕਿਤੇ ਵਿਨਾਸ਼ ਵੀ ਹੋਇਆ, ਲੋਕਾਂ ਦਾ ਕਹਿਣਾ ਹੈ। ਸਪੋਜ਼ ਕਰੋ ਤੁਹਾਡੀ ਸਰਕਾਰ ਬਣਦੀ ਹੈ, ਤੁਹਾਨੂੰ ਮੌਕਾ ਮਿਲਦਾ, ਜੇ ਉਹਨਾਂ 'ਚ ਕੋਈ ਗਲਤ ਕੰਮ ਪਾਇਆ ਜਾਂਦਾ ਤਾਂ ਹੈ ਕੋਈ ਇਦਾਂ ਦੀ ਪਾਲਿਸੀ ਵੀ ਤੁਸੀਂ ਉਹਨਾਂ ਦੀ ਕੋਈ ਇਨਕੁਆਇਰੀ ਘਲਾਈ ਜਾਵੇ ਉਸ ਵਿਕਾਸ ਦੀ? 80 ਲੱਖ ਦਾ ਇੱਕ ਪੁਲ ਬਣਿਆ ਕੰਗਣਿਆਂ ਦਾ ਪੁਲ, ਉਹ 80 ਲੱਖ ਦੀ ਲਾਗਤ ਨਾਲ ਨਵਾਂ ਨਹੀਂ ਬਣਿਆ, ਉਹਨੂੰ ਰੈਨੋਵੇਟ ਕੀਤਾ ਗਿਆ ਔਰ ਉਹ ਟੁੱਟ ਗਿਆ। 4 ਕਰੋੜ 60 ਲੱਖ ਦੀ ਸੜਕ ਬਣੀ ਹੈ ਜਿਹਨੂੰ ਕਹਿ ਰਹੇ ਵੀ ਬਹੁਤ ਗੋਲਡਨ ਮੂਵਮੈਂਟ ਸੀ ਬਲਾਚੌਰ ਲਈ, ਉਹ ਥੈਂ ਤੋਂ ਟੁੱਟ ਗਈ, ਉਹ ਧੱਸ ਗਈ। ਜੇ ਤੁਹਾਡੀ ਸਰਕਾਰ ਬਣਦੀ ਤਾਂ ਕਿਆ ਇਹਦੀ ਇਨਕੁਆਇਰੀ ਕਰਾਈ ਜਾਊਗੀ? ਦੇਖੋ, ਬਿਲਕੁਲ, ਇਹ ਤਾਂ ਜਿਹੜੀ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਸਰਕਾਰ ਹੈ ਉਹ ਕਦੇ ਵੀ ਨਹੀਂ ਜਾਊਗੀ ਕਿ ਇਸ ਤਰ੍ਹਾਂ ਦੇ ਗਲਤ ਕੰਮ ਹੋਣ। ਜਦੋਂ ਸਰਕਾਰ ਇਮਾਨਦਾਰੀ ਨਾਲ ਕੰਮ ਕਰੂਗੀ, ਜਿੱਥੇ ਗੜਬੜ ਹੋਈ ਹੈ ਉਹਦੀ ਇਨਕੁਆਇਰੀ ਹੋਊਗੀ। ਹੁਣ ਤਾਂ ਤੁਸੀਂ ਦੇਖ ਲਓ ਕਿ ਵੱਡਿਆਂ ਦੇ ਘਰਾਂ ਦੇ ਵਿੱਚ ਈਡੀ ਨੇ ਛਾਪੇ ਮਾਰੇ ਨੇ, ਉਹ ਭੱਜੇ ਫਿਰਦੇ ਨੇ, ਜਿਨ੍ਹਾਂ ਦੇ ਘਰਾਂ ਚੋਂ ਨੋਟਾਂ ਦੇ ਢੇਰ ਨੇ। ਵਿਸ਼ਵਾਸ ਦਿਵਾਣੇ ਜੀ ਇਸ ਗੱਲ ਦਾ? ਬਿਲਕੁਲ, ਮੈਂ ਗਾਰੰਟੀ ਦਿੰਦਾ ਇਸ ਗੱਲ ਦੀ ਕਿ ਮੈਂ ਜਿੱਥੇ ਵੀ ਕੋਈ ਗੜਬੜ ਹੋਈ ਹੈ, ਅਗਰ ਮੈਂ ਪਾਵਰ ਚਾਹਦਾ ਤਾਂ ਮੈਂ ਬਿਲਕੁਲ ਬਖਸ਼ੂਗਾ ਨਹੀਂ ਕਿਸੇ ਨੂੰ ਵੀ। ਇਸ ਗੱਲ ਜਿਹੜਾ ਵੀ ਗਲਤ ਕੰਮ ਕਰੂਗਾ ਕੋਈ ਹੋਵੇ ਨਹੀਂ ਬੰਦ। ਪਿੰਡਾਂ ਦੇ ਵਿੱਚ ਕੰਪੇਨ ਸ਼ੁਰੂ ਕਰਨਗੇ ਆਪਣੀ ਵੋਟਿੰਗ ਲਈ, ਤੇ ਲੋਕ ਤੁਹਾਡਾ ਵਿਰੋਧ ਤਾਂ ਨਾ ਕਰਨਗੇ? ਮੈਂ ਸਮਝਿਆ ਨਹੀਂ ਦੁਬਾਰਾ। ਜਦੋਂ ਤੁਸੀਂ ਪਿੰਡਾਂ ਦੇ ਵਿੱਚ ਵੋਟਾਂ ਨੂੰ ਕਹਿਣ ਜਾਣਾ, ਮੈਨੂੰ ਬਿਲਕੁਲ ਆਏ ਜਾਂ ਫਾਜ਼ਿਲ ਕੋਲ ਉਧਰ ਦੂਸਰੇ ਪਾਸੇ ਗਏ, ਕੋਈ ਤੁਹਾਡਾ ਲੋਕ ਵਿਰੋਧ ਤਾਂ ਨਾ ਕਰੂਗੇ ਵੀ ਸਾਡੇ ਕੋਲ ਕਿਉਂ ਆਏ? ਨਹੀਂ, ਮੈਂ ਤਾਂ ਰੋਜ਼ ਜਾਂਦਾ, ਕਦੀ ਕੋਈ ਵਿਰੋਧ ਨਹੀਂ ਹੋ ਰਿਹਾ, ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ। ਬਿਲਕੁਲ ਨਹੀਂ, ਅਸੀਂ ਜਾਂਦੇ ਪਏ ਪਿੰਡਾਂ ਦੇ ਵਿੱਚ, ਕੋਈ ਐਸਾ ਨਹੀਂ ਹੈ ਘਰੇ ਬੈਠੇ, ਬਿਲਕੁਲ ਨਹੀਂ, ਕੋਈ ਵਿਰੋਧ ਨਹੀਂ। ਬਲਾਚੌਰ ਲਈ ਕਿਹੜੇ ਵਿਕਾਸ ਦੇ ਮੁੱਦੇ ਤੇ ਤੁਸੀਂ ਜਾ ਰਹੇ ਚੋਣਦਾਰ? ਆਪਾਂ ਥੋੜਾ ਜਿਹਾ ਕੋਈ ਵਿਊ ਦਿਓ ਜੀ ਕਿ ਬਲਾਚੌਰ ਤੁਸੀਂ ਵਿਕਾਸ ਦੇ ਕਿਹੜੇ ਮੁੱਦਿਆਂ ਤੇ ਚੋਣ ਲੜਨ ਜਾ ਰਹੇ? ਬਲਾਚੌਰ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਦੇਖੋ ਐਜੂਕੇਸ਼ਨ ਬਹੁਤ ਵਧੀਆ ਹੋਣੀ ਚਾਹੀਦੀ ਹੈ, ਸਿਸਟਮ ਜਿਹੜਾ ਸਕੂਲਿੰਗ ਸਿਸਟਮ ਹੈ ਉਹ ਬਹੁਤ ਅੱਛਾ ਹੋਣਾ ਚਾਹੀਦਾ। ਨੰਬਰ 2, ਮੈਡੀਕਲ ਫੈਸਿਲਿਟੀਜ਼ ਜਿਹੜੀਆਂ ਨੇ, ਹਸਪਤਾਲ ਬਹੁਤ ਚੰਗੇ ਹੋਣੇ ਚਾਹੀਦੇ। ਜਿਵੇਂ ਪੀਜੀਆਈ ਬਣ ਲੱਗੀ ਸੀ ਉਧਰ ਮੋਦੀ ਸਾਹਿਬ ਆਏ ਸੀਗੇ ਉਦਘਾਟਨ ਕਰਨ, ਇਹੋ ਜਿਹਾ ਕੋਈ ਨਾ ਕੋਈ ਸੈਟਲਾਈਟ ਸਾਡੇ ਵੀ ਇੱਥੇ ਹੋ ਸਕਦਾ। ਸਰ, ਏਦਾਂ ਤਾਂ ਨਹੀਂ ਹੋਊਗਾ ਕਿ ਸਕੂਲ ਬਣੀ ਜਾ ਰਹੇ ਆ, ਅਪਗ੍ਰੇਡ ਕੀਤੀ ਜਾ ਰਹੇ ਆ, ਨਾ ਉੱਥੇ ਸਟਾਫ ਹੈ, ਨਾ ਉੱਥੇ ਲਾਇਬ੍ਰੇਰੀ ਹੈ, ਨਾ ਉੱਥੇ ਲੈਬੋਰਟਰੀ ਹੈ? ਨਹੀਂ, ਏਦਾਂ ਦਾ ਵਿਊ, ਏਦਾਂ ਦਾ ਮੇਰਾ ਕਹਿਣ ਦਾ ਇਹੀ ਮਤਲਬ ਹੈ ਨਾ, ਮੈਂ ਤਾਂ ਹੀ ਚੰਡੀਗੜ੍ਹ ਦੀ ਐਗਜ਼ਾਮਪਲ ਦਿੱਤੀ ਸੀ ਨਾ ਤੁਹਾਨੂੰ। ਉੱਥੇ ਸਕੂਲ ਦੇਖੋ, ਉਹਨਾਂ ਦੇ ਹਸਪਤਾਲ ਦੇਖੋ, ਉਹ ਸੇਮ ਉਹੀ ਸੈਂਟਰ ਗਵਰਨਮੈਂਟ ਦੀ ਪਾਲਿਸੀ ਦੇ ਅੰਡਰ ਹੀ ਚੱਲਦੇ ਪਏ ਨੇ। ਜੇ ਬੀਜੇਪੀ ਦੀ ਸਰਕਾਰ ਇੱਥੇ ਆਉਂਦੀ ਹੈ ਤਾਂ ਬਿਲਕੁਲ ਉਸੇ ਤਰ੍ਹਾਂ ਦੇ ਸਕੂਲ, ਉਸੇ ਤਰ੍ਹਾਂ ਦੇ ਹਸਪਤਾਲ ਇੱਥੇ ਬਣਨਗੇ, ਸੇਮ ਉਸੇ ਤਰ੍ਹਾਂ ਦੀ ਡਿਵੈਲਪਮੈਂਟ ਹੋਊਗੀ। ਮੇਰੇ ਇਲਾਕੇ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਪਾਣੀ ਦੀ ਪ੍ਰੋਬਲਮ ਅਜੇ ਤੱਕ ਚੱਲਦੀ ਪਈ ਹੈ। ਜਿਵੇਂ ਉਹ ਤੁਸੀਂ ਨਹਿਰ ਬਾਰੇ ਸੁਣਿਆ ਹੋਣਾ, ਇੱਕ ਨਹਿਰ ਬਣੀ ਸੀਗੀ ਤੇ ਉਹ ਨਹਿਰ ਨੂੰ ਲਿਆ ਕੇ ਪਾਈਪਾਂ ਦੇ ਵਿੱਚ ਪਾਤਾ ਔਰ ਫਿਰ ਉਹ ਕੰਪਲੀਟ ਵੀ ਨਹੀਂ ਹੋਈ ਹੈ। ਉਹਦੇ ਤੇ 640 ਕਰੋੜ ਰੁਪਏ ਦਾ ਘਪਲਾ ਹੋਇਆ ਸੀ ਤੇ ਪਰਚਾ ਦਰਜ ਕੀਤਾ ਵਿਜੀਲੈਂਸ ਨੇ। ਉਹ ਸਿਰਫ ਵਿੱਚੇ ਪੈਂਡਿੰਗ ਹੈ, ਨਾ ਤਾਂ ਉਹ ਨਹਿਰ ਬਣੀ ਤੇ ਨਾ ਉਹ ਕਿਸੇ ਸਿਰੇ ਲੱਗਿਆ।
ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੇ ਪ੍ਰੋਜੈਕਟ ਜਿਹੜੇ ਤੁਸੀਂ ਸੈਂਟਰ ਉਸ ਇਨਕੁਆਰੀ ਗਵਰਨਮੈਂਟ ਨੂੰ ਖਿਲਾਉਣ ਦੀ ਕੋਸ਼ਿਸ਼ ਕਰੋ। ਬਿਲਕੁਲ ਕਰਾਂਗੇ, ਬਿਲਕੁਲ ਕਰਾਂਗੇ। ਬਲਾਚੌਰ ਦੇ ਲੋਕ ਕਿਸ ਵਿਜ਼ਨ ਤੇ ਤੁਹਾਨੂੰ ਵੋਟਾਂ ਪਾਉਣ ਦੀ ਕੁਛ ਹੈ ਵਿਜ਼ਨ ਤੁਹਾਡਾ? ਮੈਂ ਕਹਿੰਦਾ ਸਭ ਤੋਂ ਵੱਡਾ ਹੈ ਕਿ ਇਮਾਨਦਾਰੀ ਨਾਲ ਕੰਮ ਕਰਾਂਗੇ, ਕਰਪਸ਼ਨ ਨੂੰ ਖਤਮ ਕਰਾਂਗੇ। ਜਿਹੜਾ ਤੁਸੀਂ ਜਿੱਦਾਂ ਹੁਣ ਤਹਿਸੀਲ ਦੇ ਵਿੱਚ ਜਾਂਦੇ ਹੋ ਨਾ, ਤਾਂ ਤੁਹਾਡੇ ਤੋਂ ਲੋਕ ਪੈਸੇ ਮੰਗਦੇ ਆ, ਥਾਣਿਆਂ ਜਾਂਦੇ ਹੋ ਨਾ, ਤੁਹਾਡੇ ਤੋਂ ਲੋਕ ਪੈਸੇ ਮੰਗਦੇ ਆ। ਜੇ ਜਿਹੜਾ ਤੁਹਾਡਾ ਹੈੱਡ ਬੈਠ ਕੇ ਉੱਥੇ ਜਦੋਂ ਸ਼ਾਮ ਨੂੰ ਹਿਸਾਬ ਕਿਤਾਬ ਕਰਦਾ ਉਹਨਾਂ ਦੇ ਨਾਲ, ਤਾਂ ਉਹ ਪੈਸੇ ਮੰਗਣਗੇ ਤੁਹਾਡੇ ਤੋਂ। ਜੇ ਅਸੀਂ ਉੱਥੇ ਹੋਵਾਂਗੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਤੁਹਾਡੇ ਤੋਂ ਕੋਈ ਪੈਸਾ ਮੰਗੇ। ਅਸੀਂ ਪਹਿਲੇ ਦਿਨ ਇਹ ਉਹਨਾਂ ਨੂੰ ਕਵਾਂਗੇ ਵੀ ਜੇ ਕੋਈ ਕਰਪਸ਼ਨ ਕਰੂਗਾ ਤਾਂ ਉਹੀ ਹਵਾਲਾਤ ਸਾਰਿਆਂ ਦੇ ਲਈ ਇੱਕੋ ਜਿਹੀ ਹੈ, ਚਾਹੇ ਉਹ ਮੁਲਾਜ਼ਮ ਹੈ ਚਾਹੇ ਦੂਜਾ। ਤਾਂ ਬਿਲਕੁਲ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਕਰਪਸ਼ਨ ਹੋਗਾ। ਸਰ ਤੁਸੀਂ ਇੱਕ ਬਹੁਤ ਵੱਡੇ ਉਹ ਚੌਧਰੀ ਰਹੇ ਆ ਤੇ ਆਪਣੇ ਇਲਾਕੇ ਲਈ ਬਲਾਚੌਰ ਸਰਵਿਸ ਦੇ ਦੌਰਾਨ ਹੁੰਦੇ ਆ ਆਪਣੇ ਬਲਾਚੌਰ ਦੇ ਇਲਾਕੇ 'ਚ ਨੌਜਵਾਨਾਂ ਨੂੰ ਕਿੰਨਾ ਕੁ ਰੁਜ਼ਗਾਰ ਦਿੱਤਾ ਸੀ? ਦੇਖੋ ਤੁਸੀਂ ਸ਼ਾਇਦ ਮੈਂ ਹੁਣ ਦੇਖੋ ਐਗਜ਼ੈਕਟ ਨਹੀਂ ਫਿਗਰ ਨਹੀਂ ਕਹਿੰਦਾ, ਪਰ ਮੇਰੇ ਕੋਲ ਜਿਹੜਾ ਵੀ ਕੋਈ ਬੰਦਾ ਗਿਆ ਜੌਬ ਦੇ ਲਈ, ਕਿਸੇ ਕੰਮ ਦੇ ਲਈ, ਮੇਰੇ ਤੋਂ ਜਿੰਨਾ ਵੀ ਹੋ ਸਕਿਆ ਮੈਂ ਕੀਤਾ। ਮੈਨੂੰ ਇੱਕ ਵੀ ਬੰਦਾ ਅੱਜ ਤੱਕ ਆ ਕੇ ਕਹਿ ਦੇਵੇ ਕਿ ਹਾਂ ਮੈਂ ਉਹਨਾਂ ਕੋਲ ਗਿਆ ਸੀ, ਮੇਰਾ ਕੰਮ ਨਹੀਂ ਕੀਤਾ, ਜਾਂ ਉਹਨਾਂ ਨੇ ਮੈਨੂੰ ਕੋਸ਼ਿਸ਼ ਨਹੀਂ ਕੀਤੀ ਕੰਮ ਕਰਨ ਦੀ, ਤਾਂ ਮੈਂ ਤੁਹਾਡੇ ਕੋਲ ਕਲੇਮ ਹੀ ਨਹੀਂ ਕਰਦਾ ਕਿਸੇ ਤਰ੍ਹਾਂ ਦਾ। ਮਤਲਬ ਨਾਟ ਇਵਨ ਸਿੰਗਲ ਬੰਦੇ ਨੂੰ ਮੈਂ ਕਦੀ ਵਾਪਸ ਨਹੀਂ ਕੀਤਾ ਜਿਹੜਾ ਮੇਰੇ ਕੋਲ ਗਿਆ ਹੋਊਗਾ। ਮੈਨੂੰ ਖੁਸ਼ੀ ਹੁੰਦੀ ਸੀ ਵੀ ਬਲਾਚੌਰ ਤੋਂ ਕੋਈ ਮੈਨੂੰ ਮਿਲਣ ਆਇਆ, ਯਾਰ ਮੇਰਾ ਕੋਈ ਆਪਣਾ ਭਰਾ ਹੈ, ਕੋਈ ਚਾਚਾ ਭਤੀਜਾ। ਪਹਿਲ ਦੇ ਆਧਾਰ ਤੇ ਤੁਹਾਡੇ ਕੋਲ ਕੀ ਮਾਸਟਰ ਪਲਾਨ ਹੈ ਕਿ ਸਾਡਾ ਜਿਹੜਾ ਬਲਾਚੌਰ ਹਲਕਾ ਆ ਉਹ ਪਿੱਛੇ ਸ਼ਰਾਬ ਦੇ ਨਾਂ ਤੇ ਬਦਨਾਮ ਹੋਇਆ, ਕਿਸੇ ਠੇਕੇਦਾਰ ਨੇ ਤੇ ਠੇਕਾ ਨਹੀਂ ਲਿਆ। ਸਾਡੇ ਖੈਰ ਹੈ, ਖੈਰ ਦੇ ਨਾਂ ਤੇ ਵੀ ਬਦਨਾਮ ਹੋਇਆ, ਉਹ ਖੈਰ ਦੇ ਬਹੁਤ ਵੱਡਾ ਹੈ। ਉਹਦੇ ਬਾਅਦ ਰੇਤ ਹੈ, ਤੁਹਾਡੇ ਵੱਲੋਂ ਚਲ ਜਾਓ ਰੱਤੇਵਾਲ ਕਲਾਰ ਵੱਲ, ਉਹ ਇਹ ਰੇਤ ਬੜਾ ਮਹਿੰਗਾ ਵਿਕਦਾ ਚੰਡੀਗੜ੍ਹ। ਇਹ ਲੱਗਦਾ ਕਿ ਤੁਹਾਡਾ ਕੋਈ ਹੈ ਵਿਜ਼ਨ, ਕੋਈ ਬਣਾਇਆ ਤੁਸੀਂ ਇਦਾਂ ਦਾ ਕਿ ਇਹ ਚੀਜ਼ਾਂ ਕਿੱਦਾਂ ਕਰੋ? ਕੋਈ ਬਲਾਚੌਰ ਇੱਕ ਅਲੱਗ ਚੀਜ਼ ਆ ਗਈ, ਬਾਕੀ ਪੰਜਾਬ ਤੋਂ ਭਿੰਨ ਹੋ ਗਿਆ। ਦੇਖੋ ਜਿਹੜੀ ਤੁਸੀਂ ਕਿਹਾ ਰੇਤ ਮਾਫੀਆ, ਖੈਰ ਮਾਫੀਆ, ਸ਼ਰਾਬ ਮਾਫੀਆ, ਇਹ ਤਾਂ ਹੁਣ ਮੈਨੂੰ ਤਾਂ ਸ਼ਾਇਦ ਕਹਿਣ ਦੀ ਲੋੜ ਨਹੀਂ, ਮੇਰੇ ਨਾਲੋਂ ਵੱਧ ਤੁਸੀਂ ਸਾਰੇ ਜਾਣਦੇ ਹੋ ਤੇ ਕਿਸ ਤਰ੍ਹਾਂ ਇਹ ਕਿਸ ਲੈਵਲ ਤੇ ਚੱਲਦਾ ਪਿਆ। ਕਿੰਨੀਆਂ ਵੱਡੀਆਂ ਠੱਗੀਆਂ, ਕਰੋੜਾਂ ਰੁਪਏ ਦਾ, ਅਰਬਾਂ ਰੁਪਏ ਦਾ ਕੰਮ ਹੈ ਜਿਹੜਾ ਇਹ ਹੁੰਦਾ ਪਿਆ। ਇਹਦੇ ਵਿੱਚ ਕੀ ਹੈ ਵੀ ਜੇ ਹੁਣ ਤੁਸੀਂ ਕਹੋ ਵੀ ਰੇਤ ਬੰਦ ਤਾਂ ਨਹੀਂ ਹੋਣਾ ਹੈ, ਰੇਤ ਜੇ ਬੰਦ ਹੋ ਗਿਆ ਤਾਂ ਡਿਵੈਲਪਮੈਂਟ ਰੁਕ ਜਾਣੀ ਹੈ, ਕੰਮ ਰੁਕ ਜਾਣੇ ਸਾਰੇ। ਚਾਹੀਦਾ ਇਹ ਹੈ ਵੀ ਜੇ ਇਹ ਚੱਲਦਾ ਪਿਆ ਰੇਤ ਦਾ ਕੰਮ, ਇਹਦੇ ਫਾਇਦਾ ਸਰਕਾਰ ਨੂੰ ਹੋਵੇ, ਤੁਹਾਡੇ ਲੋਕਾਂ ਦਾ ਜਿਹੜਾ ਮਤਲਬ ਤੁਸੀਂ ਲੋਕ ਹੀ ਸਰਕਾਰ ਹੋ, ਤੁਹਾਡੇ ਖਾਤੇ ਦੇ ਵਿੱਚ ਉਹ ਪੈਸੇ ਜਾਣ, ਉਹ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਲੱਗੇ। ਕਈ ਵਾਰ ਤੁਸੀਂ ਸ਼ਾਇਦ ਐਗਜ਼ਾਮਪਲ ਵੀ ਸੁਣੀ ਹੋਣੀ ਕਿ ਤਾਮਿਲਨਾਡੂ ਔਰ ਪੰਜਾਬ ਨੂੰ ਕੰਪੇਅਰ ਕਰਦੇ ਆ ਇਹਦੇ ਰੇਟ ਦੇ ਵਿੱਚ। ਅਸੀਂ 5000 ਕਰੋੜ ਰੁਪਇਆ ਕਮਾਉਂਦੇ, ਉਹ 40000 ਕਰੋੜ ਰੁਪਇਆ ਕਮਾਉਂਦੇ ਆ। ਸੇਮ ਟੂ ਸੇਮ ਸ਼ਰਾਬ ਦੀ ਗੱਲ ਕਰਦੇ ਆਪਾਂ, ਸ਼ਰਾਬ ਦੇ ਵਿੱਚ। ਤੇ ਜੇ ਉਹੀ ਸ਼ਰਾਬ ਜੇ ਪੰਜਾਬ ਵਿੱਚ ਇੰਨੀ ਜ਼ਿਆਦਾ ਵਿਕਦੀ ਹੈ, ਉਹ ਹਟਣੀ ਤਾਂ ਹੈ ਨਹੀਂ ਉਹਨੂੰ, ਤਾਂ ਪ੍ਰੋਪਰ ਉਹ ਸਰਕਾਰ ਦੇ ਖਾਤੇ ਵਿੱਚ ਤਾਂ ਜਾਵੇ, ਤੁਹਾਡਾ ਕੰਮ ਤਾਂ ਹੋਵੇ, ਡਿਵੈਲਪਮੈਂਟ ਤਾਂ ਹੋਵੇ। ਹੁਣ ਦੇਖੋ ਉਹਨੂੰ ਜੇ 35000 ਕਰੋੜ ਨੂੰ ਜੇ ਲੀਡਰ ਹੀ ਖਾਈ ਜਾਂਦੇ ਆ ਤਾਂ ਉਹਦਾ ਕੀ ਕਰੋਗੇ ਤੁਸੀਂ? ਕਿਸ ਸਰਕਾਰ ਦਾ ਇਹ ਸਮਝਦੇ ਆ ਕਿ ਜਿਹੜਾ ਸ਼ਰਾਬ, ਨਕਲੀ ਸ਼ਰਾਬ ਜਾਂ ਅਸਲੀ ਸ਼ਰਾਬ ਜੋ ਵੀ ਹੈ ਬਲੈਕ 'ਚ ਚੱਲ ਰਹੀ ਹੈ? 20 ਸਾਲ ਅਕਾਲੀ ਦਲ ਦੇ ਸੀ, ਉਹ 'ਚ ਭਾਜਪਾ ਵੀ ਉਹਦੇ ਭਾਗੀਦਾਰੀ ਸੀ, ਤੇ ਹੁਣ ਕਾਂਗਰਸ ਨੇ 5 ਸਾਲ ਕੱਟੇ ਆ। ਤੁਸੀਂ ਕਿਹਨਾਂ ਦਾ ਦੋਹਾਂ 'ਚ ਸਮਝਦੇ ਆ ਕਿ ਇਹ ਜ਼ਿਆਦਾ ਦੋਸ਼ੀ ਜਾਂ ਉਹ ਦੋਸ਼ੀ? ਅੱਜ ਦੋ ਹੀ ਇੱਕ ਦੂਜੇ ਦੇ ਐਲੀਗੇਸ਼ਨਾਂ ਦੇ, ਉਹ ਕਹਿੰਦੇ ਇਹਨਾਂ ਦਾ ਦੋਸ਼ ਆ, ਉਹ ਕਹਿੰਦੇ ਇਹਨਾਂ ਦਾ ਦੋਸ਼ ਆ। ਤੁਸੀਂ ਕਿਹਨਾਂ ਨੂੰ ਕਹਿੰਦੇ ਆ ਤੂੰ ਹੈ ਕੁਝ? ਅਕਾਲੀ ਔਰ ਕਾਂਗਰਸ ਦੋਨੋਂ ਹੀ ਜ਼ਿੰਮੇਵਾਰ ਨੇ ਇਹਦੇ ਲਈ। ਪਹਿਲੇ 15-20 ਸਾਲ ਅਕਾਲੀਆਂ ਨੇ। ਤੁਹਾਡਾ ਕਿੰਨਾ ਕੁ ਦੋਸ਼ ਹੈ ਭਾਰਤੀ ਜਨਤਾ ਪਾਰਟੀ? ਭਾਰਤੀ ਜਨਤਾ ਪਾਰਟੀ ਤੁਸੀਂ ਚੁੱਪ ਰਹੇ। ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਗੱਲ ਇਹ ਹੋ ਚੁੱਕੀ ਹੈ ਕਿ ਠੀਕ ਹੈ ਐਲਾਨ ਵਿੱਚ ਉਹਨਾਂ ਦੇ ਨਾਲ ਸੀਗੀ ਅਕਾਲੀ ਦਲ ਦੇ ਨਾਲ, ਪਰ ਉਹਨਾਂ ਦਾ ਕਿਉਂਕਿ ਬਹੁਤ ਵੱਡਾ ਰੋਲ ਨਹੀਂ ਸੀਗਾ, ਬਹੁਤ ਛੋਟਾ ਰੋਲ ਸੀਗਾ। ਹੁਣ ਜਿਹਦੀ ਸਰਕਾਰ ਹੈ, ਜਿਹਨਾਂ ਦਾ CM ਹੈ, ਕੰਮ ਤਾਂ ਉਹਨਾਂ ਦੇ ਹੀ ਹੁੰਦੇ ਆ ਸਾਰੇ, ਉਹੀ ਡਿਸਾਈਡ ਕਰਦੇ ਆ ਕੀ ਕਰਨਾ, ਕਿਸ ਤਰ੍ਹਾਂ ਕਰਨਾ। ਸੋ ਅਕਾਲੀ ਔਰ ਕਾਂਗਰਸ 100% ਜ਼ਿੰਮੇਵਾਰ ਨੇ ਦੋਨੋਂ ਇਸ ਕੰਮ ਦੇ ਲਈ, ਔਰ ਦੋਨਾਂ ਦਾ ਹੀ ਕੀਤਾ ਹੋਇਆ ਸਾਰਾ। ਅਜੇ ਤੱਕ ਜਿਹੜਾ ਉਹਨਾਂ ਦੇਖੋ ਸੌਹਾਂ ਖਾਧੀਆਂ ਵੀ ਉਹ ਨਸ਼ਾ ਖਤਮ ਕਰ ਦਿਆਂਗੇ, ਘਰ ਘਰ ਨੌਕਰੀ ਦੇ ਦਿਆਂਗੇ, ਕੱਖ ਨਹੀਂ ਹੋਇਆ, ਕੁਝ ਨਹੀਂ ਕੀਤਾ। ਨਾ ਕਿਸੇ ਦੇ ਕਰਜ਼ੇ ਮਾਫ ਕੀਤੇ, ਨਾ ਨਸ਼ਾ ਖਤਮ ਹੋਇਆ, ਨਾ ਚਿੱਟਾ ਖਤਮ ਹੋਇਆ, ਨਾ ਸ਼ਰਾਬ ਅੱਗੇ ਨਾਲੋਂ ਹੀ ਵੱਧ ਗਈ। ਘਰ ਘਰ ਹੋਮ ਡਿਲੀਵਰੀ ਹੋਣ ਲੱਗੀ, ਫੋਨ ਕਰੋ ਤਾਂ ਸ਼ਰਾਬ ਘਰੇ ਆ ਜਾਂਦੀ। ਬਹੁਤ ਬਲਾਚੌਰ ਲਈ ਕੋਈ ਮੈਨੀਫੈਸਟੋ ਜਾਰੀ ਕੀਤਾ ਹੋਵੇ? ਬਲਾਚੌਰ ਮੈਂ ਜਨਰਲ ਤਾਂ ਗੱਲ ਤੁਹਾਨੂੰ ਦੱਸਦਾ, ਬਾਕੀ ਮੈਨੀਫੈਸਟੋ ਅਜੇ ਆਊਗਾ ਪਾਰਟੀ ਦਾ ਵੀ, ਤੇ ਅਸੀਂ ਆਪਣਾ ਵੀ ਕਰਾਂਗੇ। ਮੈਂ ਤੁਹਾਨੂੰ ਜਿਹੜੀਆਂ ਬੇਟੇਰੀ ਲਈ ਕਿਹੜਾ ਪ੍ਰੋਜੈਕਟ ਲੈ ਕੇ ਆਉਂਦੇ ਅਗਰ ਤੁਹਾਡੀ ਸਰਕਾਰ ਆ ਜਾਂਦੀ ਹੈ BJP ਪੰਜਾਬ ਦੇ ਵਿੱਚ? ਕੰਢੀ ਲਈ ਤਾਂ ਸਭ ਤੋਂ ਵੱਡੀ ਦੇਖੋ ਪ੍ਰੋਬਲਮ ਹੈ, ਪਾਣੀ ਦੀ ਪ੍ਰੋਬਲਮ ਹੈ ਕੰਢੀ ਦੀ। ਅਜੇ ਤੱਕ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ, ਦੂਜੇ ਸਿੰਚਾਈ ਵਾਲੇ ਪਾਣੀ ਦੀ ਪ੍ਰੋਬਲਮ ਹੈ। ਸਾਡੀ ਕੋਸ਼ਿਸ਼ ਇਹ ਹੋਗੀ ਵੀ ਜਿਹੜੀ ਉਹ ਨਹਿਰ ਹੈ ਇੱਕ ਤਾਂ ਉਹ ਕੰਪਲੀਟ ਹੋ ਜਾਵੇ ਜਿਹੜੀ ਵਿੱਚੇ ਰੁਕੀ ਹੋਈ ਹੈ। ਔਰ ਨੰਬਰ 2 ਜਿਹੜਾ ਸਭ ਤੋਂ ਵੱਡੀ ਸਾਡੇ ਇਲਾਕੇ ਦੀ ਪ੍ਰੋਬਲਮ ਹੈ ਕਿ ਬਾਹਰੋਂ ਜਾਨਵਰ ਜਿਹੜੇ ਆਉਂਦੇ ਨੇ ਉਹ ਸਾਰੀ ਫਸਲ ਖਾ ਜਾਂਦੇ ਨੇ। ਤੁਸੀਂ ਜਾ ਕੇ ਦੇਖੋ, ਹਰ ਜਿਹੜਾ ਘਰ ਤਾਂ ਲੋਕਾਂ ਦੇ ਖੁੱਲ੍ਹੇ ਨੇ, ਪਰ ਖੇਤਾਂ ਨੂੰ ਜੰਦੇ ਲਾਏ ਹੋਏ ਨੇ ਲੋਕਾਂ ਨੇ, ਉਹ ਜਾਲ ਲਾ ਲੈ ਕੇ ਜੰਦੇ ਲੱਗੇ ਹੋਏ ਨੇ, ਤਾਂ ਹੀ ਉੱਥੇ ਖਾਣ ਜੋਗੇ ਦਾਣੇ ਨਹੀਂ ਹੁੰਦੇ ਕਿਸੇ ਦੇ, ਸਿਰਫ ਪੱਠੇ ਹੁੰਦੇ ਮਾੜੇ ਮੋਟੇ। ਤੇ ਜੇ ਉਹ ਨਹਿਰ ਉਹਦੇ ਸ਼ਿਵਾਲਕ ਦੇ ਨਾਲ ਬਣ ਜਾਵੇ ਉੱਪਰ ਪਾਸੇ,
ਤਾਂ ਉਹਦੇ ਨਾਲ ਦੋ ਫਾਇਦੇ ਹੋ ਜਾਣਗੇ। ਇੱਕ ਤਾਂ ਸ਼ਿਵਾਲਿਕ ਤੇ ਜਿਹੜੇ ਜਾਨਵਰ ਇੱਧਰ ਆਉਂਦੇ ਜੰਗਲੀ ਜਾਨਵਰ ਉਹ ਨਹਿਰ ਦੇ ਪਰਲੇ ਪਾਸੇ ਰਹਿ ਜਾਣਗੇ। ਨੰਬਰ 2, ਜੇ ਉਸ ਨਹਿਰ ਤੋਂ ਪਾਣੀ ਜਿੰਨਾ ਕੁ ਮਿਲ ਸਕਦਾ ਉਹ ਵੀ, ਜਾਂ ਉਹਦੇ ਨਾਲ ਘੱਟੋ ਘੱਟ ਧਰਤੀ ਦੇ ਵਿੱਚ ਪਾਣੀ ਆ ਜਾਊਗਾ, ਤੁਹਾਡੇ ਟਿਊਬਵੈੱਲ ਵਗੈਰਾ ਜਾਂ ਪੀਣ ਵਾਲੇ ਪਾਣੀ ਦੀ ਸੁਵਿਧਾ ਹੋ ਜਾਊਗੀ। ਸੋ ਸਾਡੀ ਕੋਸ਼ਿਸ਼ ਇਹ ਹੈ ਵੀ ਇਹੋ ਜਿਹਾ ਕੁਝ ਪ੍ਰੋਜੈਕਟ ਜਾਂ ਕੋਈ ਹੋਰ ਵੱਡੀਆਂ ਫੈਕਟਰੀਆਂ ਜਿਹੜੀਆਂ ਬੰਦ ਫੈਕਟਰੀਆਂ ਪਈਆਂ ਉਹ ਸਾਰੀਆਂ ਖੁੱਲ੍ਹ ਜਾਣ, ਜਾਂ ਪੰਜਾਬ ਨੂੰ ਜਿਵੇਂ ਮੈਂ ਪਹਿਲਾਂ ਕਿਹਾ ਵੀ ਟੈਕਸ ਫ੍ਰੀ ਸਟੇਟ ਹੋ ਜਾਵੇ। ਬਹੁਤ ਸਾਰੀਆਂ ਹੋਰ ਇੰਡਸਟਰੀ ਜਿਹੜੀ ਸਾਡੀ ਚਲੀ ਗਈ ਹੈ ਘੱਟੋ ਘੱਟ ਉਹ ਵਾਪਸ ਆ ਜਾਵੇ ਸਾਡੇ ਕੋਲ। ਸਰ ਕਾਫੀ ਸਮੇਂ ਤੋਂ ਹਲਕਾ ਵਾਸੀਆਂ ਦੀ ਇੱਕ ਮੰਗ ਸੀਗੀ ਕਿ ਰੇਲਵੇ ਟਰੈਕ ਨੂੰ ਅਲੱਗ-ਅਲੱਗ ਸਿਟੀਆਂ ਨਾਲ ਜੋੜਿਆ ਜਾਵੇ ਬਲਾਚੌਰ ਹਲਕੇ ਦੀ। ਇਸ ਸੰਬੰਧੀ ਕੀ ਤੁਹਾਡੀ ਸਰਕਾਰ ਦਾ ਉਪਰਾਲਾ ਰਹੇਗਾ? ਦੇਖੋ ਸਾਡੀ ਤਾਂ ਕੋਸ਼ਿਸ਼ ਹੈ, ਅਸੀਂ ਬੇਨਤੀ ਕਰ ਸਕਦੇ ਹਾਂ ਸਰਕਾਰ ਨੂੰ, ਬਿਲਕੁਲ ਕਰਾਂਗੇ ਵੀ ਸਾਨੂੰ ਰੇਲਵੇ ਟਰੈਕ ਨਾਲ ਜ਼ਰੂਰ ਜੋੜਤਾ ਜਾਵੇ। ਨਵਾਂ ਸ਼ਹਿਰ ਤੋਂ ਅਨੰਦਪੁਰ ਸਾਹਿਬ ਨੂੰ ਜੋੜਤਾ ਜਾਵੇ ਤਾਂ ਸਾਡਾ ਇਲਾਕਾ ਸਾਰਾ ਉਹਦੇ ਨਾਲ ਜੁੜ ਜਾਂਦਾ। ਇੱਕ ਤਾਂ ਦੋਨੋਂ ਧਾਰਮਿਕ ਸਥਾਨ ਦੇ ਨਾਲ ਹੋ ਜਾਂਦਾ, ਦੂਜਾ ਰੇਲਵੇ ਲਾਈਨ ਆ ਜਾਂਦੀ, ਰੇਲਵੇ ਪ੍ਰੋਜੈਕਟ ਆ ਜਾਂਦਾ। ਇੱਕ ਹੋਰ ਹੈ, ਸੀਐਮ ਸਾਹਿਬ ਜਦੋਂ ਤੁਹਾਡੀ ਕਾਲੀ ਭਾਜਪਾ ਸਰਕਾਰ ਸੀਗੀ, ਬਾਦਲ ਸਾਹਿਬ ਸਲੋਏ ਆਏ ਸੀਗੇ, ਉਹਨਾਂ ਨੇ ਉਸ ਵੇਲੇ ਸ਼ਾਇਦ ਜੀ ਵੀਡੀਓ ਪਤਾ ਹੋਣਾ, ਉਹਨਾਂ ਨੇ ਐਲਾਨ ਕੀਤਾ ਵੀ ਸਲੋਏ ਨੂੰ ਸਬ ਤਹਿਸੀਲ ਬਣਾਵਾਂਗੇ। 20 ਸਾਲ ਉਹਨਾਂ ਦੀ ਮਦਦ ਸਰਕਾਰ ਰਹੀ ਹੈ, ਉਹ ਸਬ ਤਹਿਸੀਲ ਹਾਲੇ ਤੱਕ ਉੱਥੇ ਦੀ ਉੱਥੇ ਲਟਕੀ ਪਈ ਹੈ। ਤੁਹਾਡਾ ਕੀ ਖਿਆਲ ਹੈ, ਉਹ ਤੁਹਾਡੀ ਸਰਕਾਰ ਨੇ ਤਾਂ ਬਣਾਉਂਗੇ ਤੁਸੀਂ? ਬਿਲਕੁਲ, ਅਸੀਂ ਪਹਿਲ ਦੇ ਆਧਾਰ ਤੇ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਵੀ ਜੇ ਹੋ ਜਾਵੇ ਜਿਹੜੇ ਵਾਅਦਾ ਕੀਤਾ ਹੋਇਆ ਉਹ ਪੂਰਾ ਹੋ ਜਾਵੇ। ਜੇ ਹੁਣ ਬਾਦਲ ਸਾਹਿਬ ਨੇ ਕੀਤਾ ਉਹ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ, ਜੇ ਸਾਡੀ ਸਰਕਾਰ ਆਉਂਦੀ ਤਾਂ ਪੱਕਾ ਜ਼ਰੂਰ ਬਣਾਵਾਂਗੇ। ਇਹਦੇ ਸਰ ਭਾਈਵਾਲ ਤਾਂ ਬੀਜੇਪੀ ਨਾਲ ਸੀਗੀ ਨਾ ਮਿਨਿਸਟਰ ਸਿਟੀ। ਹੁਣ ਅਸੀਂ ਭਾਈਵਾਲ ਦੀ ਗੱਲ ਨਹੀਂ ਨਾ ਕਰਦੇ, ਅਸੀਂ ਫੁੱਲ ਫਲੈਜ ਕਹਿੰਦੇ ਵੀ ਬੀਜੇਪੀ ਸਰਕਾਰ ਆਊਗੀ ਸਾਡੀ ਤਾਂ ਫਿਰ ਅਸੀਂ ਪੱਕਾ ਬਣਾਵਾਂਗੇ। ਐਮਐਲਏ ਕੇਸ ਨੂੰ ਰਿਪਰੈਜ਼ੈਂਟ ਕਰਦਾ ਹੁੰਦਾ। ਪਿਛਲੇ ਦਿਨੀ ਰਾਜਵਿੰਦਰ ਲੱਕੀ ਜੀ ਜੁੜੇ ਸੀ, ਮੈਡਮ ਜੀ ਤੁਹਾਡੇ ਨਾਲ ਸਵਾਲ ਕਰ ਲੈਂਦੇ ਆ, ਅੱਜ ਦਿਖਣ ਨਹੀਂ ਰਹੇ, ਕੀ ਗੱਲ ਹੈ? ਉਹਨਾਂ ਦੇ ਨਾ ਫਾਦਰ ਦੀ ਕੋਈ ਪ੍ਰੋਬਲਮ ਆ, ਪੀਜੀਆਈ ਲੈ ਕੇ ਕਹਿ ਕੇ ਗਏ ਆ ਉਹ ਕਿ ਮੇਰੀ ਤੁਸੀਂ ਹਾਜ਼ਰੀ ਫੋਨ ਤੇ ਤੁਸੀਂ ਉਹਨਾਂ ਨਾਲ ਗੱਲ ਵੀ ਕਰ ਸਕਦੇ ਆ ਵੀ ਮੇਰੀ ਹਾਜ਼ਰੀ ਪੂਰੀ ਉੱਥੇ ਹੋਏਗੀ। ਉਹਨਾਂ ਨੂੰ ਮੇਰੇ ਵੱਲੋਂ ਇਹ ਕਹਿ ਦਿਓ ਕਿ ਮੇਰੇ ਫਾਦਰ ਦੀ ਪ੍ਰੋਬਲਮ ਪੀਜੀਆਈ ਜਾਣਾ ਜ਼ਰੂਰ ਪੈ ਗਿਆ ਤੇ ਅਗਲੀ ਵਾਰ ਸਾਡੇ ਨਾਲ ਕੱਲ ਵੀ ਸਾਰਾ ਦਿਨ ਸਾਡੇ ਨਾਲ ਦਫ਼ਤਰ 'ਚ ਰਹੇ ਜਾਓ। ਸਰ ਬੀਜੇਪੀ ਇਕਜੁੱਟ ਹੋ ਕੇ ਤੁਹਾਡੇ ਲਈ ਕੰਪੇਨ ਕਰ ਰਹੀ ਜੀ? ਹਾਂਜੀ ਹਾਂ, ਬਿਲਕੁਲ ਬਿਲਕੁਲ। ਤੁਹਾਨੂੰ ਲੱਗ ਰਿਹਾ ਨਾ ਕੋਈ ਪ੍ਰੋਬਲਮ, ਤੁਹਾਨੂੰ ਲੱਗ ਰਿਹਾ ਵੀ ਇਦਾਂ ਦੀ ਕੋਈ ਗੱਲ ਨਹੀਂ ਕੋਈ ਪ੍ਰੋਬਲਮ। ਯੂਥ ਅਲੱਗ ਤਾਂ ਨਹੀਂ ਚੱਲ ਰਿਹਾ? ਹਾਂਜੀ, ਯੂਥ ਆਪਣਾ ਅਲੱਗ ਤਾਂ ਨਹੀਂ ਚੱਲ ਰਿਹਾ ਕਿਤੇ? ਨਹੀਂ ਕੋਈ ਨਹੀਂ ਹੈ। ਕਈ ਦੇਖੋ ਛੋਟੀ ਮੋਟੀ ਕੋਈ ਹੁੰਦੀ ਹੈ ਕੋਈ ਪ੍ਰੋਬਲਮ, ਉਹ ਆਪਾਂ ਕਿਉਂਕਿ ਹੁਣ ਨਵਾਂ ਅਜੇ ਡਿਸਾਈਡ ਹੋਇਆ, 3-4 ਦਿਨ ਹੀ ਹੋਏ ਟਿਕਟ ਮਿਲਣ ਨੂੰ, ਤਾਂ ਥੋੜਾ ਬਹੁਤ ਕਿਸੇ ਨੂੰ ਕੋਈ ਹੈ ਪ੍ਰੋਬਲਮ ਤਾਂ ਛੋਟੇ ਭਾਈ ਵੱਡੇ ਭਾਈ ਕਰਕੇ ਆਪਾਂ ਸਾਰੇ ਬਣਾ ਲੈਣੇ, ਕੋਈ ਪ੍ਰੋਬਲਮ ਨਹੀਂ। ਸਰ ਬੇਟ ਏਰੀਆ ਦੇ ਵਿੱਚ ਨਾ ਤਾਂ ਸੜਕਾਂ ਦੀ ਕੋਈ ਸਹੂਲਤ ਹਜੇ ਤੱਕ ਬਹੁਤ ਹੀ ਵਧੀਆ ਮਿਲੀ ਆ ਤੇ ਨਾ ਹੀ ਪਾਣੀ ਦੀ। ਪਾਣੀ ਜਿਹੜਾ ਉੱਤੋਂ ਆ ਰਿਹਾ ਨਾ ਕੱਢੀ ਤੋਂ ਉੱਤੋਂ, ਉਹ ਨਾ ਉਹਨੂੰ ਪ੍ਰੋਪਰ ਵੇ ਨਾਲ ਕੋਈ ਕਿਸੇ ਪਾਸੇ ਕੀਤਾ ਗਿਆ, ਉਹ ਰਸਤੇ 'ਚ ਬਹੁਤ ਨੁਕਸਾਨ ਹੁੰਦਾ। ਇਹਦੇ ਬਾਰੇ ਕੀ ਕਹੋ? ਜਿਹੜਾ ਉੱਤੋਂ ਪਾਣੀ ਚੋਆਂ ਦਾ ਪਾਣੀ ਆ ਰਿਹਾ, ਚੋਆਂ ਦਾ ਪਾਣੀ ਆ ਰਿਹਾ। ਦੇਖੋ ਬੇੜ ਏਰੀਆ ਜਿਹੜਾ ਨਾ ਸਾਡੀ ਪ੍ਰਾਇੋਰਟੀ ਤੇ ਹੈ, ਕਿਉਂਕਿ ਜੇ ਕੋਈ ਫਸਲ ਹੁੰਦੀ ਤਾਂ ਬੇੜ 'ਚ ਹੀ ਹੁੰਦੀ ਸਾਰਾ ਕੁਝ ਡਿਵੈਲਪਮੈਂਟ। ਜੋ ਕੋਈ ਫਾਇਦਾ ਹੋ ਰਿਹਾ ਨਾ ਤਾਂ ਉੱਥੇ ਹੁੰਦਾ। ਜਦੋਂ ਤਾਂ ਕੋਸ਼ਿਸ਼ ਇਹੀ ਹੋਊਗੀ ਕਿ ਜਿਹੜਾ ਉੱਥੇ ਕੋਈ ਡਰੇਨੇਜ ਸਿਸਟਮ ਚੰਗਾ ਹੋ ਜਾਵੇ, ਕੋਈ ਡਰੇਨੇਜ ਵਧੀਆ ਬਣ ਜਾਵੇ। ਵਿਧਾਨ ਸਭਾ ਦੇ ਵਿੱਚ ਅੱਜ ਤੱਕ ਜਾ ਕੇ ਕਿਸੇ ਐਮਐਲਏ ਨੇ ਉੱਥੇ ਗੱਲ ਹੀ ਨਹੀਂ ਕੀਤੀ ਡਰੇਨੇਜ ਕਿੱਥੋਂ ਬਣਨਾ ਜਾ ਕੇ। ਜੇ ਮੈਂ ਗਿਆ ਤਾਂ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਵੀ ਸਾਰੇ ਜਿੰਨੇ ਮਸਲੇ ਨੇ ਜਿਹੜੇ ਤੁਸੀਂ ਮੇਰੇ ਨੋਟਿਸ 'ਚ ਲਿਆਂਦੇ ਨਾ, ਵਿਧਾਨ ਸਭਾ ਸਾਡਾ ਜਿਹਨੂੰ ਮੱਕਾ ਮਦੀਨਾ ਕੁਝ ਵੀ ਗੱਲ ਜੋ ਡਿਵੈਲਪਮੈਂਟ ਹੁੰਦੀ ਹੈ ਵਿਧਾਨ ਸਭਾ 'ਚ ਹੁੰਦੀ ਹੈ। ਉੱਥੇ ਜਾ ਕੇ ਜੇ ਤੁਸੀਂ ਕੋਈ ਗੱਲ ਕਰੋਗੇ, ਸਰਕਾਰ ਨੂੰ ਦੱਸੋਗੇ ਤਾਂ ਤੁਹਾਡੇ ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਅਸੀਂ ਇਹਨੂੰ ਪਹਿਲ ਦੇ ਆਧਾਰ ਤੇ ਰੱਖਾਂਗੇ ਜਿਹੜੇ ਮਸਲੇ ਰਹਿੰਦੇ ਨੇ ਸਾਡੇ। ਇੱਕ ਸਰ ਜਿੱਦਾਂ ਸਰਕਾਰੀ ਅਦਾਰੇ ਆ ਉਹਨਾਂ ਦੇ ਵਿੱਚ ਇਸ ਵੇਲੇ EMPLOYEES ਜਿਹੜੇ ਕੋਈ ਹੈ ਨਹੀਂ, ਜ਼ਿਆਦਾਤਰ ਮੇਰਾ ਖਿਆਲ 10-15% ਰਹਿ ਗਿਆ, ਅਦਾਰੇ ਖਾਲੀ ਪਏ ਆ। ਕੀ ਉਹਨਾਂ ਨੂੰ ਪੁਰ ਕਰਨ ਦੇ ਲਈ ਭਰਨ ਦੇ ਲਈ ਵੀ ਕੁਛ ਇਹਦੇ ਬਾਰੇ ਕੁਛ ਹੋਰ ਵਿਚਾਰ ਹੋਵੇ ਜਿੱਦਾਂ ਆਮ ਸਟੇਟਾਂ ਦੇ ਵਿੱਚ? ਜਦੋਂ ਬੀਜੇਪੀ ਸਰਕਾਰ ਬਣਦੀ ਹੈ ਤਾਂ ਇਹ ਸਭ ਕੁਝ ਪਹਿਲ ਦੇ ਆਧਾਰ ਤੇ ਹੋਊਗਾ। ਜਿਵੇਂ ਹਰਿਆਣੇ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ, ਜਿਵੇਂ ਹਿਮਾਚਲ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ, ਇਸੇ ਤਰ੍ਹਾਂ ਸਾਡੇ ਇੱਥੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਊਗੀ। ਜਿਸ ਸਟੇਟ ਦੇ ਸਿਰ ਤੇ 3 ਲੱਖ ਕਰੋੜ ਦਾ ਕਰਜ਼ਾ, ਉਹਨਾਂ ਦੀ ਕੋਸ਼ਿਸ਼ ਤਾਂ ਇਹ ਹੈ ਵੀ ਸਾਰੇ ਮੁਲਾਜ਼ਮ ਕੱਢ ਦਈਏ, ਸਾਨੂੰ ਕਿਸੇ ਨੂੰ ਤਨਖਾਹ ਨਾ ਦੇਣੀ ਪਵੇ, ਸਾਰੇ ਜਿਹੜੇ ਰਿਟਾਇਰ ਹੈ ਉਹਨਾਂ ਨੂੰ ਵੀ ਸਾਨੂੰ ਪੈਨਸ਼ਨ ਨਾ ਦੇਣੀ ਪਵੇ। ਤਾਂ ਉਹਦਾ ਸਰਕਾਰ ਦੀ ਤਾਂ ਪ੍ਰਾਇੋਰਟੀ ਇਹ ਹੋਈ ਪਈ ਹੈ। ਅਗਰ ਸਰਕਾਰ ਆਪਣੇ ਪੈਰਾਂ ਤੇ ਹੋ ਜਾਊਗੀ, 3 ਲੱਖ ਕਰੋੜ ਦਾ ਜਿਹੜਾ ਕਰਜ਼ਾ, ਜਿਵੇਂ ਜੇ ਮੋਦੀ ਸਾਹਿਬ ਆ ਜਾਂਦੇ ਤਾਂ 47,000 ਕਰੋੜ ਦੇ ਪ੍ਰੋਜੈਕਟ ਦਿੱਤੇ ਸੀ ਉਹਨਾਂ ਨੇ, 2 ਲੱਖ ਕਰੋੜ ਰੁਪਏ ਤੱਕ ਉਹਨਾਂ ਨੇ ਉਦੋਂ ਅਨਾਉਂਸ ਕਰ ਦੇਣਾ ਸੀਗਾ। ਪੰਜਾਬ ਦਾ ਕਿੰਨਾ ਵੱਡਾ ਫਾਇਦਾ ਹੋ ਜਾਣਾ ਸੀਗਾ। ਤੇ ਜੇ ਸਰਕਾਰ ਬਣ ਗਈ ਤਾਂ ਇਹ ਜਿਹੜਾ ਇਹੋ ਜਿਹੇ ਸਾਰੇ ਮਸਲੇ ਸਾਡੇ ਹੱਲ ਹੋ ਜਾਣੇ। ਇਹੀ ਤਾਂ ਅਸੀਂ ਕਹਿੰਦੇ ਹਾਂ ਪਰਮਾਤਮਾ ਅੱਗੇ, ਸਾਡੀ ਇਹੀ ਤਾਂ ਦੁਆ ਵੀ ਸਾਡੀਆਂ ਦੋਨੋਂ ਸਟੇਟਾਂ ਸਰਕਾਰਾਂ ਇੱਕੋ ਹੋ ਜਾਣ ਤਾਂ ਕਿ ਪੰਜਾਬ ਦਾ ਭਲਾ ਹੋ ਜਾਵੇ, ਨੌਜਵਾਨਾਂ ਦਾ ਭਲਾ ਹੋ ਜਾਵੇ, ਸਾਡੀ ਸਟੇਟ ਦਾ ਭਲਾ ਹੋ ਜਾਵੇ। ਪੱਤਰਕਾਰਾਂ ਨੂੰ ਕੀ ਸਹੂਲਤਾਂ ਦੇ ਰਹੇ ਜੇ ਤੁਹਾਡੀ ਸਰਕਾਰ ਆਊਗੀ? ਇੱਕ ਤਾਂ ਤੁਹਾਡਾ ਇੱਥੇ ਉਹ ਕੀ ਬਣਨਾ ਸੀ ਪੱਤਰਕਾਰਾਂ ਦੇ ਲਈ ਪ੍ਰੈਸ ਕਲੱਬ, ਉਹ ਜ਼ਰੂਰ ਬਣਾਵਾਂਗੇ। ਜੇ ਸਾਡੀ ਸਰਕਾਰ ਆਈ ਤਾਂ ਮੈਂ ਗਾਰੰਟੀ ਨਾਲ ਕਹਿੰਦਾ ਤੁਹਾਡਾ ਪ੍ਰੈਸ ਕਲੱਬ ਜ਼ਰੂਰ ਬਣਾਵਾਂਗੇ। ਪਿਛਲੇ ਦੇ ਬਿਆਨ ਜੋਸ਼ੀ ਸਾਹਿਬ ਨੇ ਕਿਹਾ ਸੀ ਕਿ ਪੱਤਰਕਾਰਾਂ ਨੂੰ ਫ੍ਰੀ ਸਰਵਿਸ ਦਿੱਤੀ ਜਾਊਗੀ। ਹਾਲੇ ਤੱਕ ਕਿਸੇ ਸਰਕਾਰ ਨੇ ਸਰਵਿਸ ਨਹੀਂ ਦਿੱਤੀ। ਕਾਰਡ ਸਾਡੇ ਕੋਲ ਫੜਾਤੇ ਆ, ਆਹ ਤੁਹਾਡੇ ਕੋਲ ਕਾਰਡ ਬਣ ਗਏ, ਬੀਮਾ ਹੋ ਗਿਆ, ਉਹ ਵਿੱਚ ਬੀਮਾ ਦਿੱਤਾ ਮਰਨ ਦੇ ਤੌਰ ਤੇ,
ਵੀ ਮਰੂਗਾ, ਮਰ ਤੇ ਬਾਅਦ 5 ਲੱਖ ਦਾ। ਜਦੋਂ ਕੋਈ ਐਕਸੀਡੈਂਟ ਹੁੰਦਾ ਸੜਕ ਤੇ ਜਾਂਦਾ ਉਸ ਵੇਲੇ ਕੁਝ ਨਹੀਂ ਹੈਗਾ, ਉਸ ਵੇਲੇ ਵੀ ਕੁਝ ਕਰਨਾ ਚਾਹੀਦਾ ਸਰਕਾਰ ਨੂੰ। ਇਹ ਵੀ ਪ੍ਰਾਇੋਰਟੀ ਤੇ ਮੈਂ ਕਹਿੰਦਾ ਵੀ ਤੁਹਾਡੀ, ਮੈਂ ਸਭ ਤੋਂ ਪਹਿਲਾਂ ਤੁਹਾਡੀ ਇਹੀ ਡਿਮਾਂਡ ਰੱਖੂੰਗਾ ਵੀ ਇਹਨਾਂ ਨੂੰ ਪ੍ਰਾਇੋਰਟੀ ਦੇ ਆਧਾਰ ਤੇ, ਕਿਉਂਕਿ ਪ੍ਰੈਸ ਜਿਹੜੀ ਹੈ ਨਾ ਇਹ ਚੌਥਾ ਸਤੰਭ ਹੈ ਸਾਡਾ। ਤੁਸੀਂ ਜੋ ਗੱਲ ਕਰਦੇ ਹੋ ਉਹਦੇ ਨਾਲ ਲੋਕਾਂ ਤੱਕ ਸਾਰੀ ਗੱਲ ਪਹੁੰਚਦੀ ਹੈ। ਕਾਗਜ਼ਾਂ ਤੱਕ ਸੀਮਿਤ ਹੈ ਜੀ। ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ, ਤੁਸੀਂ ਆਪਣੀ ਡਿਮਾਂਡ ਦੇ ਦਿਓ। ਅਸੀਂ ਦੇਖਦੇ ਜੀ ਬਹੁਤ ਚੰਨੀ ਸਾਹਿਬ ਨੂੰ ਦਿੱਤਾ, ਸੀਐਮ ਬਾਦਲ ਜਦੋਂ ਸਾਡੀ ਸਰਕਾਰ ਬਣੀ ਤੁਸੀਂ ਪਹਿਲ ਦੇ ਆਧਾਰ ਤੇ ਅਸੀਂ ਕਰਾਂਗੇ। ਬਾਦਲ ਸਾਹਿਬ ਨੂੰ ਦਿੱਤਾ ਸੀ ਪਹਿਲੀ ਵਾਰ ਜਦੋਂ ਇੱਥੇ ਬੜਾ ਜਮਾ ਆਇਆ ਸੀ, ਹਲੇ ਤੱਕ ਤਾਂ ਕੁਛ ਹੋਇਆ ਨਹੀਂ ਹੈ। ਬਾਦਲ ਸਾਹਿਬ ਨੂੰ ਸਭ ਤੋਂ ਵੱਡੀ ਪ੍ਰੋਬਲਮ ਸਾਰੇ ਹੈ ਜਿਹੜੀ ਐਨਐਚਆਈ ਹੈ, ਸੈਂਟਰ ਗਵਰਨਮੈਂਟ ਦੇ ਅੰਡਰ ਕੰਮ ਕਰਦੀ ਹੈ। ਪੰਜਾਬ ਗਵਰਨਮੈਂਟ ਸਾਨੂੰ ਟੋਲ ਪਲਾਜ਼ਾ ਤੇ ਫੈਸਿਲਿਟੀ ਦਿੰਦੀ ਹੈ, ਜਿਹੜੀ ਸੈਂਟਰ ਦੀ ਐਨਐਚਆਈ ਹੈ ਉਹ ਸਾਨੂੰ ਪੱਤਰਕਾਰ ਦਿੰਦੀ ਉਹ ਨਹੀਂ ਮੰਗੇਗੀ। ਇਹਦੇ ਲਈ ਜੇ ਤੁਸੀਂ ਲੱਗਦਾ ਤੁਹਾਨੂੰ ਚਲੋ ਆਫ ਦੀ ਰਿਕਾਰਡ ਆਪਾਂ ਦੇਖੋ ਲੱਗ ਸਕਦਾ ਤੁਸੀਂ ਸਾਡੀ ਕੋਈ ਹੈਲਪ ਕਰ ਸਕਦੇ ਆ ਤਾਂ ਅਸੀਂ ਮੈਂ ਤਾਂ ਕਹਿਤਾ ਨਾ ਅਸੀਂ ਪਹਿਲ ਦੇ ਆਧਾਰ ਤੇ ਜਿੰਨੀਆਂ ਤੁਹਾਡੀਆਂ ਡਿਮਾਂਡ ਤੇ ਮੈਨੂੰ ਦਿਓ, ਅਸੀਂ ਉਹਦੇ ਉਹਦੇ ਸੈਂਟਰ ਗਵਰਨਮੈਂਟ ਦੇ ਅੰਡਰ ਪਹਿਲ ਦੇ ਆਧਾਰ ਤੇ ਸੈਂਟਰ ਗਵਰਨਮੈਂਟ ਨੂੰ ਤੁਹਾਡੀਆਂ ਸਾਰੀਆਂ ਜਿਹੜੀਆਂ ਨੇ ਉਹ ਪਜਾਵਾਂਗੇ। ਚਲੋ ਠੀਕ ਹੈ। ਥੈਂਕ ਯੂ ਵੈਰੀ ਮਚ, ਬਹੁਤ ਮਿਹਰਬਾਨੀ।